ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰੀ ਫਿਰ ਲਾਈਵ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ। ਸੋ ਸਵੇਰੇ ਇੱਕ ਵਾਰੀ ਲਾਈਵ ਹੋਏ ਸੀਗੇ, ਸੋ ਕਾਫੀ ਸਾਰੇ ਕੁਐਸਚਨਸ ਦੇ ਜਿਹੜੇ ਆਨਸਰ ਸੀਗੇ ਉਹ ਕੀਤੇ ਸੀਗੇ। ਸੋ ਫਿਰ ਇੱਕ ਵਾਰੀ ਲਾਈਵ ਜੇ ਕੋਈ ਤੁਹਾਡਾ ਇਮੀਗ੍ਰੇਸ਼ਨ ਨਾਲ ਰਿਲੇਟਡ ਕੁਐਸਚਨਸ ਹੈਗੇ ਤੁਸੀਂ ਸਾਨੂੰ ਪੁੱਛ ਸਕਦੇ ਹੋ। We'll try to answer those in our this live session. And one more thing, this live session is particularly about ਸਸਪੈਂਸ਼ਨ ਆਫ CAQs। ਜਿਹੜੀ CAQ ਦੀ ਸਸਪੈਂਸ਼ਨ ਹੋਈ ਗਿਆ ਕੁਝ ਕੁ ਕਾਲਜਸ ਨੂੰ ਲੈ ਕੇ, ਉਹਦੇ ਬਾਰੇ ਇਨਫੋਰਮੇਸ਼ਨ ਥੋੜ੍ਹੀ ਜਿਹੀ ਹੈ ਜਿਹੜੀ ਜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਹੁਤ ਸਾਰੇ ਸਟੂਡੈਂਟਸ ਜਿਹੜੇ ਇੰਡੀਆ ਦੇ ਵਿੱਚ, ਈਵਨ ਕਿ ਜਿਹੜੇ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਐਡਮਿਸ਼ਨਸ ਲਈਆਂ ਨੇ ਇਹਨਾਂ ਕਾਲਜਸ ਦੇ ਵਿੱਚ, ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਪੈ ਸਕਦਾ। ਬਟ ਕਈ ਕਾਲਜਸ ਦੇ ਬਾਰੇ ਹਾਲੇ ਵੀ ਜਿਹੜਾ ਜੀ ਗਲਤ ਇਨਫੋਰਮੇਸ਼ਨ ਕਈਆਂ ਤੱਕ ਪਹੁੰਚਾਈ ਜਾ ਰਹੀ ਹੈ, ਉਹ ਵੀ ਕਲੀਅਰ ਕਰਾਂਗੇ ਵਿਦ ਪ੍ਰੂਫ। ਐਂਡ ਹੋਪਫੁਲੀ ਜਿਨ੍ਹਾਂ ਨੇ ਇਸ ਲਾਈਵ ਸੈਸ਼ਨ ਨੂੰ ਜੁਆਇਨ ਕੀਤਾ ਹੋਇਆ ਤਾਂ ਉਹਨਾਂ ਦੇ ਵਿੱਚੋਂ ਕਾਫੀ ਸਾਰੇ ਜਿਹੜੇ ਸਟੂਡੈਂਟਸ, ਕਾਫੀ ਸਾਰੇ ਕਲਾਇੰਟਸ, ਕਾਫੀ ਸਾਰੇ ਐਪਲੀਕੈਂਟਸ ਜਿਨ੍ਹਾਂ ਨੇ ਕਿਤੇ ਹੋਰ ਵੀ ਅਪਲਾਈ ਕੀਤਾ, ਉਹਨਾਂ ਦੀ ਹੈਲਪ ਜਿਹੜੀ ਹੈ ਜੀ ਹੋ ਸਕੇਗੀ। ਸੋ ਪਲੀਜ਼ ਆਪਣੇ ਜਿਹੜੇ ਕੁਐਸਚਨਸ ਆ ਤੁਸੀਂ ਪੁੱਛ ਸਕਦੇ ਹੋ, ਬਟ ਬੀ ਵੈਰੀ ਸਪੈਸੀਫਿਕ। ਆਪਣੇ ਕੁਐਸਚਨਸ ਆ ਜਿਹੜੇ ਤੁਸੀਂ ਕਿਹੜੇ ਪ੍ਰੋਗਰਾਮ ਅੰਡਰ ਅਪਲਾਈ ਕੀਤਾ ਜਾਂ ਜਨਰਲ ਇਨਕੁਆਇਰੀਜ਼ ਹੋਣ, ਦੈਟਸ ਮੋਰ ਗੁੱਡ, ਬਿਕੋਜ਼ ਉਹਦਾ ਜਿਹੜਾ ਕੁਐਸਚਨ ਦਾ ਬੈਨੀਫਿਟ ਸਾਰਿਆਂ ਨੂੰ ਹੋ ਸਕਦਾ। ਜੇ ਤੁਸੀਂ ਪਰਟੀਕੂਲਰਲੀ ਸਿਰਫ ਆਪਣੇ ਕੇਸ ਦੇ ਬਾਰੇ ਕੋਈ ਸਿਚੁਏਸ਼ਨਲ ਕੁਐਸਚਨ ਪੁੱਛਣਾ ਚਾਹੁੰਦੇ ਹੋ, ਉਹ ਤੁਸੀਂ ਸਾਨੂੰ ਕਾਲ ਕਰਕੇ 1-on-1 ਅਪਾਇੰਟਮੈਂਟ ਰੱਖ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਗੱਲ ਕਰੀਏ ਜੀ, ਕਿਊਬੈਕ ਨੇ ਜਿਹੜਾ ਹੁਣੇ ਜੀ ਪ੍ਰਾਈਵੇਟ ਕਾਲਜਸ, ਜਿਹੜੇ ਕੁਝ ਕੁ ਪ੍ਰਾਈਵੇਟ ਕਾਲਜਸ ਹੈ, ਉਹਨਾਂ ਦੇ CAQ ਸਸਪੈਂਡ ਕੀਤੇ ਨੇ ਅੰਟਿਲ ਫਰਦਰ ਨੋਟਿਸ। ਸੋ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਕਾਲਜਸ ਨੇ, ਇਹਨਾਂ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਣ ਲੱਗਾ ਜੀ। ਸੋ ਕਿਊਬੈਕ ਦੀ ਜਿਹੜੀ ਮਿਨਿਸਟਰੀ ਹੈਗੀ ਹੈ, ਇਹ ਵਾਲੀ ਜਿਹੜੀ ਨਿਊਜ਼ ਹੈ EN24 ਜਿਹੜੀ ਵੈਬਸਾਈਟ ਹੈ ਉੱਥੇ, ਐਂਡ ਰੇਡੀਓ ਕੈਨੇਡਾ ਜਿਹੜਾ ਕੈਨੇਡਾ ਦੇ ਵਿੱਚ ਸਿਚੁਏਟਡ ਆ, ਉਹਨਾਂ ਨੇ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਲਾਂਚ ਜਿਹੜੀ ਹੈ ਜੀ ਇਹ ਕਰਵਾਉਣ 'ਚ ਉਹਨਾਂ ਦਾ ਕਾਫੀ ਵੱਡਾ ਜਿਹੜਾ ਹੱਥ ਹੈਗਾ ਜੀ। ਸੋ ਸਰ ਪਾਰਟ ਟਾਈਮ ਸਟੂਡੈਂਟ ਆਪਣਾ ਸਪਾਊਸ ਨੂੰ ਕਾਲ ਕਰ ਸਕਦੇ ਕਿ ਨਹੀਂ? ਸੋ ਕੇ ਗਰਚਾ ਜੀ, ਸੋ ਇਟਸ ਅ ਕੰਪਲੀਟ ਨੋ। You have to be a full-time student in public college or public university or in some of the private colleges inside Quebec only. ਸੋ ਨਹੀਂ ਕਰ ਸਕਦੇ ਜੇ ਤੁਸੀਂ ਪਾਰਟ ਟਾਈਮ ਹੋ, ਤੁਹਾਡਾ ਵੀਜ਼ਾ ਰਿਫਿਊਜ਼ ਹੋਏਗਾ। ਤੁਸੀਂ ਫੁੱਲ ਟਾਈਮ ਇੰਟਰਨੈਸ਼ਨਲ ਸਟੂਡੈਂਟ ਹੋਣੇ ਚਾਹੀਦੇ ਹੋ ਐਂਡ ਕਰੰਟਲੀ ਇਨਰੋਲਡ ਹੋਣੇ ਚਾਹੀਦੇ ਕਾਲਜ ਦੇ ਵਿੱਚ। ਸੋ ਇਸ ਨਿਊਜ਼ ਬਾਰੇ ਥੋੜ੍ਹੀ ਜਿਹੀ ਗੱਲ ਕਰੀਏ ਜੀ, ਤਾਂ ਜਿਹੜੇ ਇੰਡੀਅਨ ਇੰਟਰਨੈਸ਼ਨਲ ਸਟੂਡੈਂਟਸ ਨੇ ਕਾਫੀ ਜਿਹੜਾ ਜੀ ਲਾਸਟ ਕਪਲ ਆਫ ਈਅਰਸ ਦੇ ਵਿੱਚ ਬਹੁਤ ਸਾਰੇ ਇਨਕਰੀਜ਼ ਹੋਏ। ਪੰਜਾਬ ਦੇ ਵਿੱਚ ਬੜਿਆਂ ਨੇ ਮੌਂਟਰੀਅਲ ਦੇ ਨਾਂ ਦੇ ਉੱਤੇ ਉਹਨਾਂ ਨੂੰ ਉਹ ਜਿਹੇ ਕੋਰਸਿਸ ਦਿੱਤੇ ਸਟੂਡੈਂਟ ਨੂੰ ਜਿਹੜੇ ਕਿ ਉਹਨਾਂ ਦੀ ਰੈਲੇਵੈਂਸੀ ਬਿਲਕੁਲ ਨਹੀਂ ਸਨ ਬਣਾਉਂਦੇ, ਰੈਲੇਵੈਂਸੀ ਜ਼ੀਰੋ ਹੋਣ ਕਰਕੇ ਕਈਆਂ ਦੇ ਵੀਜ਼ੇ ਰਿਫਿਊਜ਼ ਵੀ ਹੋਏ। ਨੈਕਸਟ ਥਿੰਗ, ਉਹਨਾਂ ਦੀਆਂ ਜਿਹੜੀਆਂ ਫੀ ਆ ਉਹ ਵੀ ਸਟਕ ਹੋ ਗਈਆਂ ਨੇ, ਉਹ ਵੀ ਫੀ ਵਾਪਸ ਨਹੀਂ ਮਿਲ ਰਹੀ। ਉਹ ਵੀ ਫੀਸ ਲੈਣ ਦੇ ਵਿੱਚ ਸਟੂਡੈਂਟ ਦਾ ਜਿਹੜਾ ਜੀ ਉਹ ਬਹੁਤ ਸਾਰਾ ਟਾਈਮ ਖਰਾਬ ਹੋ ਰਿਹਾ। ਪਲੱਸ ਜਿਹੜੇ ਏਜੰਟਸ ਆ ਉਹ ਵੀ ਕਾਫੀ ਜਿਹੜੇ ਹੈਗੇ ਆ ਜੀ ਉਹ ਇਸ ਝੰਜਟ ਦੇ ਵਿੱਚ ਫਸ ਗਏ ਨੇ, ਕਿਉਂਕਿ ਕਾਫੀ ਸਾਰੇ ਹਾਈ ਕਮਿਸ਼ਨਸ ਉਹਨਾਂ ਨੂੰ ਪ੍ਰੋਮਿਸ ਕਰਕੇ ਉਹਨਾਂ ਸਟੂਡੈਂਟਸ ਲੈ ਲਏ ਗਏ, ਉਹਨਾਂ ਦੀਆਂ ਫੀ ਜਿਹੜੀਆਂ ਕਾਲਜਸ ਦੇ ਵਿੱਚ ਟ੍ਰਾਂਸਫਰ ਹੋ ਗਈਆਂ। ਬਟ ਹੁਣ ਰਿਫੰਡ ਲੈਣ ਦੇ ਵਿੱਚ ਬੜੀ ਮੁਸ਼ਕਿਲ ਆ ਰਹੀ ਹੈ ਜੇ ਵੀਜ਼ੇ ਰਿਫਿਊਜ਼ ਹੋ ਗਈ ਹੈ ਜੀ। ਸੋ ਇਸ ਦੇ ਵਿੱਚ ਕਾਲਜ ਜਿਹੜੇ ਹੈ ਜੀ, ਪਹਿਲਾ ਕਾਲਜ ਹੈਗਾ ਜੀ ਮੈਟ੍ਰਿਕਸ ਕਾਲਜ। ਮੈਟ੍ਰਿਕਸ ਕਾਲਜ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਹੋਵੇ, ਕਿਉਂਕਿ ਇਸ ਕਾਲਜ ਦੇ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਕਾਫੀ ਸਾਰੇ ਵੀਜ਼ੇ ਜਿਹੜੇ ਇਸ਼ੂ ਹੋਏ ਸੀਗੇ। ਸੋ ਜੇ ਤੁਸੀਂ ਨਵੇਂ ਸਟੂਡੈਂਟ ਹੋ, ਇਸ ਕਾਲਜ ਦੇ ਵਿੱਚ ਤੁਸੀਂ ਅਪਲਾਈ ਕੀਤਾ ਜਾਂ ਕਰਨਾ ਚਾਹ ਰਹੇ ਸੀਗੇ, ਜਾਂ ਤੁਸੀਂ CAQ ਜਿਹੜੇ ਉਹਦੀ ਐਪਲੀਕੇਸ਼ਨ ਇਨ ਪ੍ਰੋਸੈਸ ਹੈ ਤੁਹਾਡੀ ਇੰਡੀਆ ਦੇ ਵਿੱਚੋਂ, ਤਾਂ ਇਹ ਵਾਲਾ ਕਾਲਜ ਨੰਬਰ ਪਹਿਲਾ ਕਾਲਜ ਹੈ ਜਿਹੜਾ। ਇਹ ਵਾਲੀ ਸਿਚੁਏਸ਼ਨ ਸਾਰੀ ਬਣੀ ਕਿਉਂ, ਇਹਦੇ ਬਾਰੇ ਵੀ ਥੋੜ੍ਹਾ ਜਿਹਾ ਚਾਨਣ ਪਾਵਾਂਗੇ ਜੀ। ਭਾਜੀ ਤੁਹਾਡੇ ਕੋਲ ਕੋਈ ਜੋਬ ਅਵੇਲੇਬਲ ਹੈ ਸਰ ਇਹਦੇ ਵਿੱਚ? ਆਈ ਹੈਵ PG ਵਰਕ ਪਰਮਿਟ। ਸੰਜੀਤ ਪੁੱਟਰ ਜੀ, ਜੇ ਤੁਸੀਂ ਜੋਬ ਚਾਹੁੰਦੇ ਹੋ, ਇਟ ਡਿਪੈਂਡਸ ਔਨ ਯੋਰ ਪ੍ਰੋਫਾਈਲ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸੋ ਬੇਸਿਕਲੀ ਸਰੀ ਦੇ ਵਿੱਚ ਇਸ ਟਾਈਮ ਵੀ ਆਰ ਨਾਟ ਅਸਿਸਟਿੰਗ ਇਨ ਐਨੀ ਜੋਬਸ ਐਟ ਆਲ। ਸੋ ਬਟ ਵੀ ਕੈਨ ਸ਼ੇਅਰ ਸਮ ਟਿਪਸ ਹਾਊ ਟੂ ਫਾਈਂਡ ਦ ਜੋਬਸ। ਸੋ ਤੁਸੀਂ ਜੋਬਸ ਲੱਭਣੀਆਂ, ਆਪਣਾ ਰੈਜ਼ਮੇ ਵਗੈਰਾ ਜਿਹੜਾ ਇੱਕ ਅੱਛਾ ਜਿਹਾ ਰੈਜ਼ਮੇ ਬਣਵਾ ਕੇ
ਤੁਸੀਂ ਜੇ ਸਟੱਡੀ ਵਧੀਆ ਕੀਤੀ ਹੈ ਤਾਂ ਤੁਸੀਂ ਟਰਾਈ ਕਰ ਸਕਦੇ ਹੋ। ਅਦਰਵਾਈਜ਼ ਵੀ ਡੂ ਹੈਵ ਸਮ ਆਪਸ਼ਨਸ ਇਨ ਓਨਟਾਰੀਓ। ਨੈਕਸਟ ਥਿੰਗ ਜੀ, ਇਹ ਜਿਹੜੀ ਸਸਪੈਂਸ਼ਨ ਦੀ ਪਹਿਲਾ ਕਾਲਜ ਹੈ ਮੈਟ੍ਰਿਕਸ ਕਾਲਜ, ਸੈਕੰਡ ਕਾਲਜ ਹੈਗਾ ਜਿਹੜਾ ਐਵੀਰੋਨ ਕਾਲਜ, ਥਰਡ ਕਾਲਜ ਐਸਐਨ ਕਾਲਜ, ਦੈਨ ਜਿਹੜਾ ਹੈਗਾ ਜੀ ਸੀਜੈਪ ਜਿਹੜਾ ਗੈਸਪੈਸੀ ਸੀਗਾ ਜਿਹੜਾ, ਜਿਹਦੇ ਵਿੱਚ ਪਿਛਲੇ ਕਾਫੀ ਸਮੇਂ ਦੌਰਾਨ ਬਹੁਤ ਸਾਰੇ ਵੀਜ਼ੇ ਜਿਹੜੇ ਇਸ਼ੂ ਹੋਏ ਆ, ਉਹ ਕਾਲਜ ਦਾ ਨਾਮ ਆਇਆ। ਦੈਨ ਇੱਕ CDE ਕਾਲਜ, ਇਸ ਨਾਂ ਦੇ ਵਿੱਚ ਤੁਸੀਂ ਜ਼ਿਆਦਾ ਕਨਫਿਊਜ਼ ਨਹੀਂ ਹੋਣਾ, CDI ਕਾਲਜ ਨਹੀਂ ਹੈਗਾ, CDE ਕਾਲਜ ਹੈ। ਸੋ CDI ਕਾਲਜ ਅਤੇ ਕੈਨੇਡਾ ਕਾਲਜ, ਇਹ ਵਾਲੇ ਕਾਲਜ ਇਨਵੋਲਵ ਨਹੀਂ ਹੈਗੇ ਜੀ ਇਸ ਚੀਜ਼ ਦੇ ਵਿੱਚ। ਰੀਜ਼ਨ ਮੈਂ ਤੁਹਾਨੂੰ ਦੱਸ ਦਿੰਦਾ ਕਿਉਂ, ਕਿਉਂਕਿ ਜਿਹੜੇ ਇਹ ਵਾਲੇ ਸਾਰੇ ਜਿੰਨੇ ਕਾਲਜਸ ਦਾ ਤੁਹਾਨੂੰ ਨਾਮ ਲੈ ਕੇ ਅਸੀਂ ਦੱਸਿਆ ਨਾ, ਸੋ ਇਹ ਵਾਲੇ ਸਾਰੇ ਜਿਹੜੇ ਕਾਲਜਸ ਆ ਇਹ ਓਨਡ ਹੈਗੇ ਆ ਜੀ ਪ੍ਰਾਈਵੇਟਲੀ, ਦੋ ਗਰੁੱਪਸ ਹੈ। M ਗਰੁੱਪ ਹੈ ਜਿਹੜਾ ਜੀ ਇੱਕ, ਉਹਦੇ ਕਾਲਜਸ ਹੈਗੇ ਆ। ਦੈਨ ਇੱਕ ਜਿਹੜਾ ਮੇਨ ਕਾਲਜ ਦਾ ਨਾਮ ਰਹਿ ਗਿਆ ਜੀ M ਕਾਲਜ ਆਫ ਕੈਨੇਡਾ, ਜਿਹਦੇ ਟੋਰਾਂਟੋ ਦੇ ਵਿੱਚ ਬਹੁਤ ਸਾਰੇ ਏਜੰਟਸ ਵੱਲੋਂ ਬਹੁਤ ਸਾਰੇ ਸਟੂਡੈਂਟਸ ਈਵਨ ਉਹਨਾਂ ਨੇ ਰਿਕਰੂਟ ਕੀਤੇ, ਉਹਨਾਂ ਵੱਲੋਂ ਕਾਲਜ ਪ੍ਰਮੋਟ ਕੀਤਾ ਜਾ ਰਿਹਾ। ਮੈਟ੍ਰਿਕਸ ਕਾਲਜ, ਐਵੀਰੋਨ ਕਾਲਜ, ਅਸੈਂਟ ਕਾਲਜ, CJEP ਡੀ ਗੈਸਪੀ, M ਕਾਲਜ ਆਫ ਕੈਨੇਡਾ ਐਂਡ CDE ਕਾਲਜ, ਇਹ ਵਾਲੇ ਕਾਲਜ ਇਸ ਦੇ ਵਿੱਚ ਆਏ ਆ। ਸੋ ਇਹ ਜਿਹੜੀ ਸਸਪੈਂਸ਼ਨ ਦੀ ਲੈਟਰ ਆ, ਇਹ ਸਾਰੀ ਜਿਹੜੀ ਨਿਊਜ਼ ਹੈ ਜੀ ਇਹ EN24 ਦੇ ਉੱਤੇ ਹੈ ਜਿਹੜੀ ਜੀ, ਮੈਂ ਤੁਹਾਨੂੰ ਵਿਖਾ ਵੀ ਦਿੰਦਾ। ਸੋ ਦਿਸ ਇਜ਼ EN24 ਦੀ ਵੈਬਸਾਈਟ ਦੇ ਹਵਾਲੇ ਨਾਲ ਅਸੀਂ ਦੱਸ ਰਹੇ, ਕੁਝ ਵੀ ਸਾਡਾ ਪਰਸਨਲੀ ਕਿਸੇ ਨੂੰ ਅਸੀਂ ਰੈਫਰੈਂਸ ਨਹੀਂ ਕਰ ਰਹੇ ਜਾਂ ਰੈਫਰ ਨਹੀਂ ਕਰ ਰਹੇ, ਜੋ ਵੀ ਇਹ ਨਿਊਜ਼ ਗੂਗਲ 'ਤੇ ਜਾ ਕੇ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਨੈਕਸਟ ਥਿੰਗ, ਇਹ ਜਿਹੜੀ ਲੈਟਰ ਸੀਗੀ, ਇੱਕ ਗਰੁੱਪ ਹੈ ਜੀ ਕੋਈ ਰਾਈਜ਼ਿੰਗ ਫਿਨਿਕਸ ਜਿਹਦੇ ਅੰਡਰ ਇਹ ਸਾਰੇ ਕਾਲਜਸ ਰਿਕਰੂਟਮੈਂਟ ਕਰਦੇ ਸੀਗੇ, ਉਹਨਾਂ ਨੂੰ ਲੈਟਰ ਗਈ ਹੈ ਕਿਉਂਕਿ ਉਹਨਾਂ ਦੇ ਕੰਪਲਾਇੰਸ ਚੈੱਕ ਹੋਏ ਆ। ਕੰਪਲਾਇੰਸ ਚੈੱਕ ਦੇ ਕਾਰਨ ਕਰਕੇ CAQ ਤੇ ਟੈਂਪਰੇਰੀ ਸਸਪੈਂਸ਼ਨ ਜਿਹੜੀ ਹੈ ਜੀ ਉਹ ਲੱਗੀ ਹੈ। ਟੈਂਪਰੇਰੀ ਹੈ, ਕੋਈ ਪਰਮਾਨੈਂਟ ਸਸਪੈਂਸ਼ਨ ਨਹੀਂ ਹੈਗੀ ਇਹਦੇ ਉੱਤੇ। ਸੋ ਇਹ ਸਾਰੀ ਨਿਊਜ਼ ਜਿਹੜੀ ਆ, ਇਹ ਸਾਡਾ ਫਰਜ਼ ਬਣਦਾ ਕਿ ਜੇ ਕਿਸੇ ਦੀ ਮਨੀ ਸੇਵ ਹੋ ਸਕਦੀ ਹੋਵੇ ਜਾਂ ਇਹ ਪ੍ਰੋਪਰ ਜਿਹੜੀ ਨੌਲੇਜ ਹੈ ਤੁਹਾਡੇ ਤੱਕ ਪਹੁੰਚ ਸਕੇ। ਬਾਕੀ ਹੁਣ ਕੁਐਸਚਨਸ ਵੀ ਬਹੁਤ ਆ ਚੁੱਕੇ ਨੇ, ਉਹਨਾਂ ਦੇ ਵੀ ਆਨਸਰ ਅਸੀਂ ਕਰਨੇ ਨੇ। ਸੋ ਇਹ ਵਾਲੀ ਹੋਰ ਤੁਹਾਡਾ ਇਸ ਦੇ ਜਿਹੜੇ ਰਿਲੇਟਡ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ। CDI ਕਾਲਜ ਐਂਡ ਕੈਨੇਡਾ ਕਾਲਜ ਜਿੱਥੇ ਬਹੁਤ ਸਾਰਾ ਬੱਚਾ ਪੜ੍ਹ ਰਿਹਾ ਜੀ, ਉਹ ਉਹਨਾਂ ਦਾ ਨਾਂ ਇਹਦੇ ਵਿੱਚ ਨਹੀਂ ਹੈਗਾ। ਸੋ ਉਹ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਐਂਡ ਜਿਹੜੇ ਪ੍ਰੈਜ਼ੈਂਟਲੀ ਸਟੂਡੈਂਟ ਬੱਚੇ ਇਸ ਕਾਲਜਾਂ 'ਚ ਪੜ੍ਹ ਰਹੇ ਨੇ, ਉਹਨਾਂ ਨੂੰ ਘਬਰਾਉਣ ਦੀ ਲੋੜ ਕੋਈ ਨਹੀਂ ਹੈਗੀ, ਉਹਨਾਂ ਵਾਸਤੇ ਚੀਜ਼ ਨਹੀਂ ਹੈਗੀ। ਸਿਰਫ ਨਵੇਂ ਸਟੂਡੈਂਟ ਜਿਨ੍ਹਾਂ ਨੇ ਐਡਮਿਸ਼ਨ ਲਈਆਂ ਅਤੇ CAQ ਜਿਹੜਾ ਪਾਉਣਾ ਚਾਹੁੰਦੇ ਨੇ ਜਾਂ ਐਪਲੀਕੇਸ਼ਨਸ ਪਈਆਂ ਹੋਈਆਂ ਨੇ, ਸਟਕ ਨੇ, ਉਹ ਵਾਲਿਆਂ ਲਈ ਇਹ ਨਿਊਜ਼ ਹੈਗੀ ਹੈ ਜੀ। ਇਸ ਨਿਊਜ਼ ਦੀ ਗੱਲ ਕਰੀਏ ਤਾਂ ਇੱਕ ਹੋਰ ਚੀਜ਼ ਇਹ 'ਚ ਸਾਹਮਣੇ ਆਈ ਹੈ। ਇੱਕ ਲੈਸਟਰ ਬੀ ਪੀਅਰਸਨ ਸਕੂਲ ਬੋਰਡ ਜਿਹੜਾ ਕੁਝ ਸਾਲ ਪਹਿਲੇ ਜਿੱਥੇ ਕਾਫੀ ਵੱਡਾ ਜਿਹੜਾ ਜੀ ਉਹਨਾਂ ਨੇ ਫਰਾਡ ਫੜਿਆ ਸੀਗਾ, ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਡੀਓ ਕੈਨੇਡਾ ਨੇ ਜਿਹੜਾ ਜੀ ਉਹ ਕੁਐਸਚਨ ਉਠਾਏ ਸੀ ਇਹਨਾਂ ਇੰਸਟੀਟਿਊਸ਼ਨਸ ਦੇ ਕਾਰਜਗੁਜ਼ਾਰੀ ਦੇ ਉੱਤੇ ਕਿ ਹਾਂ ਇਹਨਾਂ ਦੇ ਵਿੱਚ ਪ੍ਰੋਪਰਲੀ ਕੰਪਲਾਇੰਸ ਹੈ ਜਿਹੜਾ ਉਹ 'ਤੇ ਕੁਐਸਚਨਸ ਕੀਤੇ ਗਏ ਸੀਗੇ। ਸੋ ਇਹ ਜਿਹੜੀ ਲੈਟਰ ਹੈ ਜੀ ਜਿਹੜੀ ਸਸਪੈਂਸ਼ਨ ਦੀ ਉਹਨਾਂ ਨੂੰ ਕੁਐਸਚਨਸ ਕੀਤੇ ਗਏ ਆ। ਸੋ ਕੁਛ ਕੁ ਨਾਮ ਜਿਹੜੇ ਤੁਸੀਂ ਔਨਲਾਈਨ ਜਾ ਕੇ ਇਹ ਵਾਲੀ ਜਿਹੜੀ ਨਿਊਜ਼ ਚੈੱਕ ਕਰ ਸਕਦੇ ਹੋ। ਨਾਮ ਜ਼ਰੂਰ ਪੜ੍ਹੋ, ਮੈਂ ਇੱਥੇ ਪਰਸਨਲੀ ਰੈਫਰ ਨਹੀਂ ਕਰਨਾ ਚਾਹੁੰਦਾ ਨਾਮ, ਕਿਉਂਕਿ ਕਈ ਵਾਰੀ ਕੋਈ ਕੌਨਫਲਿਕਟ ਹੋ ਜਾਂਦਾ ਜਾਂ ਕੁਛ। ਇਹਦੇ ਵਿੱਚ ਮੈਂ ਸਿਰਫ ਕਾਲਜਸ ਦੇ ਨਾਮ ਜਿਹੜੇ ਉਹ ਮੈਂਸ਼ਨ ਕੀਤੇ ਆ। ਬਾਕੀ ਤੁਸੀਂ ਸਾਰੀ EN24 ਦੀ ਵੈਬਸਾਈਟ 'ਤੇ ਜਾ ਕੇ ਸਾਰੀ ਨਿਊਜ਼ ਚੈੱਕ ਕਰ ਸਕਦੇ ਹੋ ਤੁਸੀਂ ਔਨਲਾਈਨ। ਸੋ ਕੋਈ ਕੁਐਸਚਨ ਇਹਦੇ ਬਾਬਤ ਹੋਵੇ ਪਲੀਜ਼ ਪੁੱਛੋ ਜ਼ਰੂਰ, ਇਸੇ ਲਾਈਵ ਦੇ ਵਿੱਚ ਭਾਵੇਂ ਪੁੱਛ ਲਓ, ਨੋ ਪ੍ਰੋਬਲਮ। ਸੋ ਲੈਟਸ ਸਟਾਰਟ ਵਿਦ ਆਲ ਯੂਰ ਕੁਐਸਚਨਸ ਐਜ਼ ਵੈਲ। ਸੋ ਤੁਹਾਡੇ ਕੁਐਸਚਨ ਜਿਹੜੇ ਉਹ ਲੈਣ ਦਾ ਟਾਈਮ ਆ ਗਿਆ ਜੀ। ਸੋ 1 by 1 ਸਾਰੇ ਆਨਸਰ ਕੀਤੇ ਜਾਣਗੇ। ਸੋ ਥਰਡ ਸਮੈਸਟਰ ਤੋਂ ਬਾਅਦ ਸਪਾਊਸ ਵੀਜ਼ਾ ਕਿੰਨੇ ਕੁ ਚਾਂਸਿਸ ਹੁੰਦੇ ਨੇ? ਜਿਹੜੇ ਥਰਡ ਸਮੈਸਟਰ ਤੋਂ ਬਾਅਦ ਵਾਲੇ ਜੇ 6 ਕੁ ਮਹੀਨੇ ਤੁਹਾਡੇ ਰਹਿ ਗਏ ਨੇ ਤਾਂ ਇਹ ਸੁਜੈਸ਼ਨ ਦਿੱਤਾ ਜਾਂਦਾ ਹੈ ਕਿ ਤੁਸੀਂ ਜਿਹੜਾ ਆਪਣੇ ਵਰਕ ਪਰਮਿਟ ਤੋਂ ਬਾਅਦ ਹੀ ਸਪਾਊਸ ਦਾ ਵੀਜ਼ਾ ਲਓ। ਜੇ 6 ਮਹੀਨੇ ਤੋਂ ਘੱਟ ਦਾ ਤੁਹਾਡਾ ਸਟੇਟਸ ਹੈ, ਬਹੁਤ ਹਾਈ ਚਾਂਸਿਸ ਹੋ ਜਾਂਦੇ ਤੁਹਾਡਾ ਵੀਜ਼ਾ ਸਪਾਊਸ ਰਿਫਿਊਜ਼ ਹੋਏਗਾ। ਸੋ PB07 ਨੇ ਕੁਐਸਚਨ ਪੁੱਛਿਆ ਜੀ ਇਹਨਾਂ ਨੇ। ਸੋ ਇਹ PB07 ਹੋਪਫੁਲੀ ਹੁਸ਼ਿਆਰਪੁਰ ਤੋਂ ਨੇ ਜੀ ਜਿਹੜੇ ਸਾਡੇ ਨਾਲ ਜੁੜੇ ਨੇ।
ਵੀਰ ਮੇਰੇ ਇਹ ਪੁੱਛ ਰਹੇ ਨੇ ਬ్రో PT ਇਜ਼ ਰੈਕੋਗਨਾਈਜ਼ਡ ਫॉर ਸਟੱਡੀ ਵੀਜ਼ਾ। ਦੇਖੋ ਜੀ ਜਿਹੜਾ ਵੀ ਇੰਗਲਿਸ਼ ਟੈਸਟ ਹੈ, ਚਾਹੇ ਉਹ PT ਹੈ, ਚਾਹੇ ਉਹ TOEFL ਹੈ, ਚਾਹੇ ਉਹ IELTS ਹੈ, ਚਾਹੇ ਹੋਰ ਜਾਂ ਈਵਨ ਵਿਦਾਊਟ IELTS ਹੈ, ਇਹ ਸਾਰੇ ਜਿਹੜੇ ਵੀਜ਼ੇ ਆ ਜੀ ਸੌਰੀ ਜਿੰਨੇ ਵੀ ਟੈਸਟ ਹੈਗੇ ਆ, ਇਹ ਸਾਰੇ ਅੰਡਰ ਜਨਰਲ ਕੈਟੇਗਰੀ ਦੇ ਵਿੱਚ ਇਹਨਾਂ ਦੀ ਫਾਈਲ ਲੱਗਦੀ ਇਹਨਾਂ ਟੈਸਟਾਂ ਦੀ। ਔਰ IELTS ਦੇ ਵਿੱਚ ਜੇ ਤੁਹਾਡੇ 6 ਇੰਚ ਤੋਂ ਘੱਟ ਬੈਂਡ ਨੇ, ਇੰਡੀਆ ਤੋਂ ਫਾਈਲ ਲਗਾਉਣੀ ਆ, ਤਾਂ ਇਹਨਾਂ ਸਾਰਿਆਂ ਦੀ ਜਿੰਨੀ ਵੀ ਫਾਈਲਿੰਗ ਆ ਉਹ ਅੰਡਰ ਜਨਰਲ ਕੈਟੇਗਰੀ ਹੁੰਦੀ ਆ। ਸੋ ਯੈਸ ਅਫਕੋਰਸ PT ਰੈਕੋਗਨਾਈਜ਼ਡ ਹੈਗੀ ਆ। ਤੁਹਾਨੂੰ ਐਡਮਿਸ਼ਨ ਕਈ ਕਾਲਜਸ ਦੇ ਦਿੰਦੇ ਨੇ, ਮੌਂਟਰੀਅਲ ਦੇ ਵਿੱਚ ਐਡਮਿਸ਼ਨ ਮਿਲ ਜਾਂਦੀ ਕਈ ਕਾਲਜਸ ਦੇ ਵਿੱਚ, ਐਂਡ ਕਈ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ PT ਐਕਸੈਪਟ ਕਰਦੀਆਂ, ਕਈ ਕਾਲਜਸ ਹੈਗੇ ਜਿਹੜੇ ਐਕਸੈਪਟ ਕਰਦੇ ਆ PT। ਸੋ ਦੇਰ ਇਜ਼ ਨੋ ਪ੍ਰੋਬਲਮ ਇਨ ਦੈਟ। ਬਟ ਹਾਂਜੀ ਵੀਜ਼ੇ ਦੇ ਜਿਹੜੇ ਚਾਂਸਿਸ ਆ ਉਹ ਨੋਰਮਲ 50-50 ਰਹਿੰਦੇ ਆ। ਯੈਸ ਅਫਕੋਰਸ ਜਿਹੜੀ SDS ਕੈਟੇਗਰੀ ਹੈ ਉਹਦੇ ਸਭ ਤੋਂ ਹਾਈ ਚਾਂਸਿਸ ਆ ਜਿਹੜੇ ਸਟੱਡੀ ਵੀਜ਼ਾ ਦੇ। ਨੈਕਸਟ ਕੁਐਸਚਨ ਬੀ ਬਰਾਡ M0630 ਹੈਲੋ ਬ్రో। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਿਸਿਸ ਚਾਹਲ ਸਰ ਸੁਪਰਵਾਈਜ਼ਰ ਦੀ ਪੋਜੀਸ਼ਨ ਦੀ ਪੇ ਰੇਟ ਕਿੰਨਾ ਹੋਣਾ ਚਾਹੀਦਾ X% ਲਈ? ਸੋ ਵੈਰੀ ਕਾਮਨ ਕੁਐਸਚਨ, ਤੁਸੀਂ ਸਾਡੀਆਂ ਪ੍ਰੀਵੀਅਸਲੀ ਵੀਡੀਓਜ਼ ਚੈੱਕ ਕਰੋਗੇ, ਉਹਦੇ ਵਿੱਚ ਆਨਸਰ ਵੀ ਅਸੀਂ ਦਿੱਤਾ ਹੈ ਕਿ ਸੁਪਰਵਾਈਜ਼ਰ ਦੀ ਪੋਜੀਸ਼ਨ ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੀ ਫਾਈਲ ਲਗਾ ਰਹੇ ਹੋ ਤਾਂ ਉਹਦੇ ਵਿੱਚ ਵੇਜ ਮੈਟਰ ਨਹੀਂ ਕਰਦੀ। ਅੰਡਰ CC ਕੈਟੇਗਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਜੇ ਅਪਲਾਈ ਕਰ ਰਹੇ ਹੋ ਤਾਂ ਉਹਦੇ ਵਿੱਚ ਵੇਜ ਨਹੀਂ ਮੈਟਰ ਕਰਦੀ। ਸਿਰਫ ਤੁਹਾਡਾ ਟਾਈਟਲ ਨੌਕ ਲੈਵਲ B ਦਾ ਹੋਣਾ ਚਾਹੀਦਾ, ਬਾਕੀ ਸਾਰਾ ਕੁਝ ਤੁਹਾਡਾ ਜਿਹੜਾ ਵਾ ਉਹ ਨੌਕ ਲੈਵਲ B ਦੇ ਅਕੋਰਡਿੰਗਲੀ ਹੋਣਾ ਚਾਹੀਦਾ, ਜੋਬ ਡਿਊਟੀਜ਼ ਐਂਡ ਐਵਰੀਥਿੰਗ। ਬਟ ਵੇਜ ਸ਼ੁੱਡ ਬੀ ਮਿਨੀਮਮ ਵੇਜ ਦੇ ਉੱਤੇ ਵੀ ਤੁਹਾਡਾ ਸਾਰਾ ਕੁਝ ਕੈਲਕੂਲੇਟ ਹੋ ਜਾਂਦਾ। ਬਟ ਜੇ ਗੱਲ ਕਰੀਏ ਤੁਸੀਂ ਕੋਈ PNP ਲਗਾਉਣੀ ਆ, ਕੋਈ ਤੁਸੀਂ LMA ਲਗਾਉਣੀ ਆ, ਉਹਦੇ ਵਿੱਚ ਵੇਜ ਮੈਟਰ ਕਰਦੀ ਆ ਡਿਪੈਂਡਿੰਗ ਔਨ ਟਾਈਟਲ ਟੂ ਟਾਈਟਲ। ਮੇਰੀ ਫਰੈਂਡ ਆਰ ਰਿਲੇਟਡ ਨੀਡ ਐਨ ਪੁਆਇੰਟ ਆਫ ਵਿਊ ਸੁਖ 29। ਸੋ ਇਹਨਾਂ ਨੂੰ ਓਕੇ ਤੁਸੀਂ ਜਿਹੜਾ ਜੀ 2896087408 'ਤੇ ਹੁਣੇ ਕਾਲ ਕਰੋ ਰਾਈਟ ਵੇ, ਤੁਹਾਨੂੰ ਹੁਣੇ ਹੀ ਅਪਾਇੰਟਮੈਂਟ ਜਿਹੜੀ ਹੈ ਜੀ ਉਹ ਬਣਾ ਕੇ ਦੇ ਦਿੱਤੀ ਜਾਊਗੀ। ਜੋ ਵੀ ਤੁਹਾਡੀ ਡਿਸਕਸ਼ਨ ਤੁਸੀਂ ਕਰਨੀ ਹੋ ਤੁਸੀਂ ਕਰ ਸਕਦੇ ਹੋ ਆਪਣੇ ਪਰਸਨਲ ਕੇਸ ਬਾਰੇ। ਸੋ ਨੈਕਸਟ ਗਗਨ ਸੰਧੂ, ਡਜ਼ ਇਟ ਗੋਇੰਗ ਟੂ ਅਫੈਕਟ PG ਵਰਕ ਪਰਮਿਟ ਹੂ ਆਰ ਆਲਰੇਡੀ ਇਨਰੋਲਡ ਇਨ ਦੋਜ਼ ਪ੍ਰਾਈਵੇਟ ਕਾਲਜਸ? ਗਗਨ ਸੰਧੂ ਵੈਰੀ ਗੁੱਡ ਕੁਐਸਚਨ। ਸੋ ਨਾਟ ਐਟ ਆਲ, ਜਿਹੜੇ ਆਲਰੇਡੀ ਉੱਥੇ ਪੜ੍ਹ ਰਹੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਐਂਡ ਸਟੂਡੈਂਟ ਦਾ ਕਦੀ ਵੀ ਕਾਲਜ ਦੇ ਵਿੱਚ ਕੀ ਹੋ ਰਿਹਾ ਹੈ, ਉਹਦੀ ਮੈਨੇਜਮੈਂਟ ਦੇ ਵਿੱਚ ਕੀ ਹੋ ਰਿਹਾ ਹੈ, ਜਾਂ ਉਹਦੀ ਬੈਕ ਐਂਡ 'ਤੇ ਕੀ ਹੋ ਰਿਹਾ, ਸਟੂਡੈਂਟ ਦਾ ਕੋਈ ਕਸੂਰ ਨਹੀਂ ਹੈ। ਸੋ ਸਟੂਡੈਂਟ ਵਿਲ ਨਾਟ ਬੀ ਅਫੈਕਟਡ ਬਾਈ ਦਿਸ। PG ਪੜ੍ਹ ਰਹੇ ਹੋ, ਕੰਟੀਨਿਊਸਲੀ ਪੜ੍ਹ ਰਹੇ ਹੋ, ਫੁੱਲ ਟਾਈਮ ਪੜ੍ਹ ਰਹੇ ਹੋ, ਕੋਈ ਗੈਪ ਨਹੀਂ ਹੈ, ਐਲੀਜੀਬਲ ਸੀਗਾ ਕਾਲਜ PG ਵਰਕ ਪਰਮਿਟ ਲਈ, ਤਾਂ ਤੁਹਾਨੂੰ 110% ਉੱਥੋਂ ਵਰਕ ਪਰਮਿਟ ਮਿਲੇਗਾ ਜੇ ਤੁਸੀਂ ਬਾਕੀ ਸਾਰੀਆਂ ਸ਼ਰਤਾਂ ਪੂਰੀਆਂ ਕਰ ਰਹੇ ਹੋ ਤਾਂ। ਨੈਕਸਟ ਇਟਸ ਰਾਜਵੀਰ ਭੁੱਲਰ, ਬ్రో ਇੰਡੀਆ ਤੋਂ +2 ਆ ਐਂਡ ਹੁਣ ਸਡਬਰੀ ਓਨਟਾਰੀਓ 'ਚ ਆਫਟਰ ਸਟੱਡੀ ਮੂਵ ਹੋ ਜਾਣਾ ਜ਼ਰੂਰੀ ਹੈ? ਰਾਜਵੀਰ ਭੁੱਲਰ ਜੀ ਬਿਲਕੁਲ ਨਹੀਂ। ਸੋ ਬੇਸਿਕਲੀ ਕੀ ਹੈ, ਜਿਹੜੇ ਸਡਬਰੀ ਓਨਟਾਰੀਓ ਦੇ ਵਿੱਚ ਇਹ ਜਿਹੜਾ ਸਿਟੀ ਹੈਗਾ ਇਹ ਰੂਰਲ ਐਂਡ ਨਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਅੰਡਰ ਵੀ ਆਉਂਦਾ। ਤੁਸੀਂ ਔਨਲਾਈਨ ਜਾ ਕੇ RNP ਸਰਚ ਕਰੋ, ਜੇ ਉਹ ਕੰਡੀਸ਼ਨਾਂ ਮੀਟ ਕਰਦੇ, ਕੋਈ ਜੋਬ ਮਿਲ ਜਾਂਦੀ ਉੱਥੇ ਪੜ੍ਹ ਰਹੇ ਹੋ ਤਾਂ ਇਹ ਪ੍ਰੋਗਰਾਮ ਤੁਹਾਨੂੰ ਬੈਸਟ ਸੂਟੇਬਲ ਹੋਏਗਾ। ਇਨ ਕੇਸ ਨਹੀਂ ਤੁਸੀਂ ਇਸ ਪ੍ਰੋਗਰਾਮ ਅੰਡਰ ਐਲੀਜੀਬਲ, ਕੋਈ ਸ਼ਰਤ ਨਹੀਂ ਪੂਰੀ ਕਰ ਪਾ ਰਹੇ, ਤਾਂ +2 ਦੇ ਵਿੱਚ ਓਨਟਾਰੀਓ ਦੇ ਵਿੱਚ ਸਿਰਫ ਇੱਕ ਚੀਜ਼ ਦੀ ਜਿਹੜੀ ਹੈ ਜੀ ਉਹ ਮੁਸ਼ਕਿਲ ਆਉਂਦੀ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਬਹੁਤ ਜਾਣਿਆਂ ਨੂੰ ਇਹ ਮਿਸਕਨਸੈਪਸ਼ਨ ਹੈਗੀ, ਸਪੈਸ਼ਲੀ ਇੰਡੀਆ ਦੇ ਵਿੱਚ ਜਿੰਨੇ ਜਦੋਂ ਵੀ ਸਟੱਡੀ ਵੀਜ਼ਾ ਲਾਉਂਦੇ ਉੱਥੇ ਜਿੰਨੇ ਵੀ ਏਜੰਟ ਹੁੰਦੇ ਆ ਜੀ, ਇਹ ਏਜੰਟ ਕੀ ਕਰਦੇ ਆ, ਇਹ ਦਿਮਾਗ ਦੇ ਵਿੱਚ ਸਿਰਫ ਆਪਣਾ ਪ੍ਰੋਡਕਟ ਸੈੱਲ ਕਰਨ ਲਈ, ਪ੍ਰੋਡਕਟ ਦੇ ਵਿੱਚ ਕਾਲਜਸ ਹੀ ਹੁੰਦੇ ਨੇ, ਕਮਿਸ਼ਨ ਮਿਲਦਾ ਵਾ। ਇਹ ਸਾਰਿਆਂ ਨੂੰ ਮੋਸਟਲੀ ਪਤਾ ਹੀ 90% ਜਿੰਨੇ ਵੀ ਸਾਡੇ ਜਾਂ ਹੋਰ ਜਿਹੜੇ ਚਾਹੁਣ ਵਾਲੇ ਆ ਕਿ ਕਮਿਸ਼ਨ ਮਿਲਦਾ ਹੈ, ਰਾਈਟ। ਸੋ ਆਪਣਾ ਪ੍ਰੋਡਕਟ ਸੈੱਲ ਕਰਨ ਦੇ ਲਈ ਉਹ ਇਮੀਗ੍ਰੇਸ਼ਨ ਸਿਸਟਮ ਨੂੰ ਜਿਹੜਾ ਜੀ ਉਹ ਦਾਅ 'ਤੇ ਲਾ ਦਿੰਦੇ ਨੇ, ਉਹਨਾਂ ਬਾਰੇ ਗਲਤ ਇਨਫੋਰਮੇਸ਼ਨ ਫੈਲਾ ਦਿੰਦੇ ਨੇ ਤਾਂ ਕਿ ਉਹਨਾਂ ਦਾ ਜਿਹੜਾ ਜੀ ਉਹ ਪ੍ਰੋਡਕਟ ਸੈੱਲ ਨੂੰ ਰਹਿ ਨਾ ਜਾਵੇ। ਬਟ ਸਾਡਾ ਕੀ ਹੈ, ਸਾਡੇ ਇੱਥੇ ਜਿਹੜੀ ਇਨਫੋਰਮੇਸ਼ਨ ਕਰੈਕਟ ਹੋਏਗੀ ਉਹ ਦਿੱਤੀ ਜਾਏਗੀ। ਓਨਟਾਰੀਓ ਇਸ ਟਾਈਮ 'ਤੇ ਨੰਬਰ 1 ਪ੍ਰਾਇੋਰਟੀ ਆ ਜੇ ਤੁਹਾਡੇ ਕੋਲ ਇੰਪਲੋਇਰ 1 ਮਿਲੀਅਨ ਗ੍ਰੋਸ ਰੈਵਨਿਊ ਬਣਾ ਰਿਹਾ। ਗ੍ਰੋਸ ਰੈਵਨਿਊ ਦੀ ਇੱਕ ਮੈਂ ਟਰਮ ਜਿਹੜੀ ਕਲੀਅਰ ਕਰ ਦੇਣੀ ਚਾਹੁੰਦਾ। ਗ੍ਰੋਸ ਦਾ ਮਤਲਬ ਹੁੰਦਾ ਕਿ ਜਿੰਨਾ ਵੀ ਪੈਸਾ ਇੱਕ ਫਰਮ ਦੇ ਵਿੱਚ ਆ ਰਿਹਾ ਉਹ ਵਾਲੀ ਅਮਾਊਂਟ, ਨਾ ਕਿ ਪ੍ਰੋਫਿਟ। ਸੋ ਉਹ ਜੇ GTA ਦੇ ਵਿੱਚ 1 ਮਿਲੀਅਨ, GTA ਤੋਂ ਬਾਹਰ ਤਾਂ 500,000, ਜਿਹੜੀ ਕਿ ਨੋਮੀਨਲ ਹੈ ਵੱਡੀਆਂ ਕਾਰਪੋਰੇਸ਼ਨਸ ਦੇ ਲਈ ਨੋਰਮਲੀ ਬਣਾ ਲੈਂਦੇ ਨੇ। 5 ਫੁੱਲ ਟਾਈਮ ਇੰਪਲੋਈ GTA ਦੇ ਅੰਦਰ, 3 ਫੁੱਲ ਟਾਈਮ ਇੰਪਲੋਈ GTA ਤੋਂ ਬਾਹਰ। ਤੁਹਾਡੇ ਲਈ ਅਸੀਂ ਕੁਝ ਕੁ ਦਿਨ ਪਹਿਲਾਂ ਓਨਟਾਰੀਓ PNP ਓਪਨ ਹੋਈ ਸੀਗੀ, ਤਾਂ ਅਸੀਂ ਘੱਟੋ ਘੱਟ ਨਹੀਂ ਤਾਂ 15 ਤੋਂ 20 ਕੰਪਿਊਟਰ ਜਿਹੜੇ ਸਿਰਫ PNP ਨਾਲ ਲਾਏ ਸੀਗੇ। ਉਹਦਾ ਰੀਜ਼ਨ ਇਹ ਹੈ
कि दे ओपन इट एंड सडनली इन्हां दी साइट जिहड़ी वो क्रैश हो जाती है। सिर्फ एक यही इशू आ, अदरवाइज जे ये पहलों ONP इंटरनेशनल स्टूडेंट कैटेगरी बहुत जिदा टाइम ओपन रहिंदी सीगी, राइट वे विदाउट एनी एक्सपीरियंस तुहानूं इस कैटेगरी अंडर तुसीं एलिजिबल हो जाते हो विदाउट आयल्स एंड एनीथिंग। सिर्फ एम्पलॉयर की एक रिक्वायरमेंट होंदी है, राइट। सो सब तो सौखी PNP दी जे एम्पलॉयर वाला हैगा। सैकेंड, इन डिमांड स्किल की गल करिए, सिर्फ 9 महीने का जो एक्सपीरियंस एज अ ट्रक ड्राइवर, एज अ PSW, एज अ मशीन ऑपरेटर, होर जिन्नियां भी ऑक्यूपेशनस ये सेंटर फॉल करदियां ने वो 9 महीने का एक्सपीरियंस बनवा के CLB लेवल 4 यानी कि कनेडियन लैंगुएज बेंचमार्क 4 आयल्स के रफली अबाउट तुसीं कह लो 4.5 बैंड्स है जिहड़े वो तुसीं लैके इस कैटेगरी अंडर एलिजिबल हो जाते हो। दैन ये स्किल ट्रेड की कैटेगरी आ जाती, दैन ह्यूमन कैपिटल स्ट्रीम आ जाती, फिर मास्टर्स जिन्होंने की ओंटैरियो के उन्होंने वास्ते मास्टर्स की कैटेगरी आ जाती है, टैंपरेरी फॉरन वर्कर्स की कैटेगरी आ जाती है। सो 8 तो लाइक 8-9 कैटेगरीज इस तरह दी हैं जिन्होंने एलिजिबल हो जाते हो। सो आई डोंट नो किहड़े एजेंट्स उत्थे कहते हैं चीज़ों को। सो राजवीर भुल्लर जी, फिर तुहाडे क्वेश्चन ते आउंदे, जे तुहानूं इत्थे एम्पलॉयर इदां दा मिलदा ओंटैरियो दे विच उहदे तुसीं ओंटैरियो PNP के थ्रू अपनी फाइल लगवा सकते हो। अदरवाइज जे मूव होना जरूरी कोई नहीं होंदा, इट्स नॉट कंपलसरी, बट जिहड़ा तुसीं ओंटैरियो च पढ़े हो काम किया तो तुहानूं फायदा ओंटैरियो PNP के अंडर इत्थे ही मिल सकता है। एंड मोर ओवर जे तुसीं एक्सप्रैस एंट्री दे विच CLB लेवल 9 क्लीयर कर दिओ तो जे तुहाडा एम्पलॉयर तुहानूं सपोर्ट करदा LMI दे विच तुसीं उनको LMI लैके अपनी PR भी करवा सकते हो। सो नैक्सट क्वेश्चन, अनीता सुनील फुल्लर, हैलो सर, आई एम पोस्ट ग्रेजुएशन वर्क परमिट सितंबर 15 ਨੂੰ अप्लाई किया इंडिया तो, बायोमैट्रिक नहीं होए, कितना टाइम लगेगा जी। सो पोस्ट ग्रेजुएशन वर्क परमिट की एप्लीकेशन की तुसीं जे बायोमैट्रिक पहलों करवाए 10 साल ही वैलिड होंदे ने जी। करंटली इट्स टेकिंग 34 वीक्स। अज की वीडियो चैक करो, वो असीं सारा कुछ दस्सिया कितना टाइम लग रहा है, 34 वीक तुहानूं लगणगे। सो 34 वीक्स the time processing time of PG work permit or any other work permit you are applying from outside Canada, it is taking 34 weeks in India. Next thing, Atinderpal Singh Rai, Paji, Amazon the process assistant role and उसी बीच आउंदा। सो ब्रदर ये जॉब ड्यूटी सारियां देखनियां पैगियां। सो प्रोसैस असिस्टेंट रोल वी हैव टू सी दैट जिहड़ी भी तुहाडी जॉब लैटर तुसीं अपॉइंटमेंट सैट करके तो तुसीं आ जाओ, सारी अपनी जॉब लैटर्स वगैरह लैके आ जाओ, विल लैट यू नो कि आउंदा है कि नहीं। नैक्सट थिंग, संधू कबल, NOC सो यस, सो तुसीं अपनी जॉब लैटर लैके आना जी। सो तुहाडा जो भी होगा, क्योंकि कई बार एग्जैक्टली जो नॉकआउट मैच नहीं करते, सो देखना पैंदा कि किस तरह वो किहड़ी नॉक लैवल के फॉल करते हैं उन्होंने जॉब ड्यूटी देख के। संधू कवल, हेलो सर, जो साडी स्टडी फिनिश हो जाती दैन आप वेट करते टाप। ओके, ये बड़ा वधिया क्वेश्चन पूछा जी तुसीं कवल संधू जी। सो बेसिकली एज पर CIC वैबसाइट, एज पर canada.ca वैबसाइट के उत्ते जो तुसीं अपना एग्जाम दे लैंदे हो, जो तक तुहाडे ग्रेड्स नहीं आउंदे उदों तक तुसीं एज अ स्टूडेंट काम कर सकते हो। दैन जो ग्रेड्स तुहाडे आ जांदे, पब्लिश हो जांदे, जिहड़ी डेट है उस तो बाद तुसीं वर्क परमिट अप्लाई करन तक की डेट तक तुसीं काम नहीं कर सकते कोई भी। सो ये अपने जहन दे विच जरूर रखना। बॉर्डर ते जाके ये उन्हां 2-4 रीजनस दे विचों मेन रीजन आउंदा है रिफ्यूजल का, कि तुसीं काम कर रहे हो तो कई बार क्वेश्चन की अंडरस्टैंडिंग ना होने करके यस बोलिया जाता, वो स्टेट रिफ्यूजल आउंदी है, तुहाडी बाद दे विच अप्रूवल भी करवाउणी बहुत हार्ड हो जाती है जे नोट्स पा जान। सो नेक्स्ट थिंग, हाय सर, स्पाउस वीज़ा मैंने 29 सितंबर को रखा। ओके, सो श्रेया जी, आपका क्वेश्चन क्या है? सो अगर आपने 29 सितंबर को लगाया तो इट विल टेक सम टाइम। इफ़ यू हैव अप्लाइड फ्रॉम इंडिया इट विल टेक रफली अबाउट 34 वीक्स। सो लवदीप लबाना जी, की हाल है भरा? वधिया ब्रदर। इटली ब्रेसिया वाला एंटर, मैनू ब्रदर तुहाडे क्वेश्चन की समझ नहीं आई, तुसीं प्लीज़ एलैबोरेट करोगे उन्होंने ताकि तुहाडे क्वेश्चन का आंसर दे सकीए। श्रेया साहब, सो श्रेया जी, प्लीज़ कीप इन माइंड कि असीं you know what we are trying to do here, we are continuously answering all the questions, but
It is taking time because all those candidates who are questioning us, we have to elaborate and we have to give them proper answer. So we came on your question as well, but I am unable to understand that you have applied on September 29. What is your question? Atinderpal Singh Rai. Okay. जो करंटली एनरोल्ड ने उन्होंने वर्क परमिट पर कोई इफेक्ट हो सकता CD कॉलेज? So Prabhpreet Kaur Pullar ji, no, there is no effect on the students who are currently enrolled in these colleges. So you don't need to worry about this. CDI college ਦੇ ਵਿੱਚ ਪੜ੍ਹ ਰਹੇ ਹੋ ਉਹਦੀ ਕੋਈ ਇਸ਼ੂ ਨਹੀਂ. CDI ਤੇ CDI college ਦੋਵੇਂ ਡਿਫਰੈਂਟ ਕਾਲਜ ਨਹੀਂ, ਇੱਕ ਧਿਆਨ 'ਚ ਰੱਖਿਓ ਕਿਉਂਕਿ CDI ਦੇ ਵਿੱਚ ਇਨਰੋਲਮੈਂਟ ਬਹੁਤ ਹਾਈ ਹੈ. ਸੋ ਉੱਥੇ ਬਹੁਤ ਸਾਰੇ ਸਟੂਡੈਂਟਸ ਪੜ੍ਹ ਰਹੇ ਨੇ. ਸੋ ਉਹ ਪਲੀਜ਼ ਤੁਸੀਂ ਜਿਹੜਾ ਹੈਗਾ ਜੀ ਇਸ 'ਤੇ ਧਿਆਨ ਦਿਓ ਥੋੜ੍ਹਾ ਜਿਹਾ ਕਿ ਦੋਵੇਂ ਕਾਲਜ ਡਿਫਰੈਂਟ ਹੈਗੇ ਨੇ ਜੀ. ਸਰ if pay bis by week then ਇੱਕ ਵੀਕ 'ਚ 15 ਆਵਰਸ ਐਂਡ ਸੈਕਿੰਡ ਵੀਕ 22 ਆਵਰ ਕੰਮ ਕਰ ਸਕਦੇ. ਹਾਂਜੀ ਮਾਂਗੜ ਸਾਹਿਬ ਜੀ, ਤੁਹਾਡਾ ਮੈਨੂੰ ਲੱਗਦਾ ਕੁਐਸਚਨ ਇਹ ਹੈ ਕਿ ਜਿੱਦਾਂ 20 ਆਵਰਸ ਦੇ ਵਿੱਚ 20 ਆਵਰਸ ਪਰ ਵੀਕ ਅਲਾਉਡ ਹੁੰਦੇ ਨੇ. ਸੋ ਬੇਸਿਕਲੀ ਇੱਕ ਵੀਕ ਦੇ ਵਿੱਚ ਤੁਸੀਂ ਕੰਮ ਘੱਟ ਕੀਤਾ, ਅਗਲੇ 'ਚ ਕੀ ਤੁਸੀਂ ਜ਼ਿਆਦਾ ਕੰਮ ਕਰ ਸਕਦੇ ਕਿਉਂਕਿ ਤੁਸੀਂ ਪਿਛਲੇ ਵੀਕ ਦੇ ਜਿਹੜੇ ਆਵਰਸ ਪੂਰੇ ਨਹੀਂ ਕੀਤੇ. ਬਿਲਕੁਲ ਇੱਦਾਂ ਨਹੀਂ ਹੈ ਜੀ, ਇੱਦਾਂ ਨਹੀਂ ਕਰਨਾ ਕਦੇ ਵੀ. ਇੱਦਾਂ ਕਰਕੇ ਤੁਸੀਂ ਆਪਣੀ ਸਟੱਡੀ ਪਰਮਿਟ ਦੀ ਕੰਡੀਸ਼ਨ ਜਿਹੜੀ ਵਾਇਲੇਟ ਕਰਦੇ ਹੋ 20 ਆਵਰਸ ਪਰ ਵੀਕ ਵਾਲੀ. ਸੋ 20 ਘੰਟੇ ਸਿਰਫ ਇੱਕ ਵੀਕ ਦੇ ਵਿੱਚ ਅਲਾਉਡ ਹੁੰਦੇ ਆ ਤੁਹਾਨੂੰ. ਉਹ ਕੋਈ ਐਡ ਸਬਟਰੈਕਸ਼ਨ ਤੁਸੀਂ ਨਹੀਂ ਕਰ ਸਕਦੇ. ਇੱਕ ਵੀਕ ਦੇ ਵਿੱਚ 20 ਕਰ ਲਏ ਠੀਕ ਆ, ਜੇ ਨਹੀਂ ਕੀਤੇ ਦੈਨ ਨੈਕਸਟ ਵੀਕ ਦੇ ਵਿੱਚ ਸਿਰਫ 20 ਆਵਰਸ ਹੀ ਕੰਮ ਕਰ ਸਕਦੇ ਹੋ. ਆਈ ਹੋਪ ਯੂ ਆਰ ਤੁਸੀਂ ਆਨਸਰ ਜਿਹੜਾ ਰਿਸੀਵ ਕਰ ਲਿਆ ਹੋਏਗਾ ਤਾਂ ਤੁਹਾਨੂੰ ਹੈਲਪ ਕਰੇਗਾ. DSFRE ਵਟ ਅਬਾਊਟ ਨਿਊਫਾਊਂਡ? ਸੋ ਉਹਦੇ ਬਾਰੇ ਕੋਈ ਕੁਐਸਚਨ ਪੁੱਛੋ ਪਲੀਜ਼. ਨਿਊਫਾਊਂਡ ਐਂਡ ਲੈਬਰਾਡੋਰ ਦੀ PNP ਬਾਰੇ. ਸੋ ਆਈ ਐਮ ਅਨਏਬਲ ਟੂ ਅੰਡਰਸਟੈਂਡ ਕਿ ਉਹਦੇ ਬਾਰੇ ਤੁਸੀਂ ਕੀ ਕੁਐਸਚਨ ਪੁੱਛਿਆ. ਜਿਹੜੀ ਨਿਊਫਾਊਂਡ ਲੈਬਰਾਡੋਰ ਇਹ ਬੈਸਟ ਹੈਗਾ ਜੇ ਤੁਸੀਂ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਅੰਡਰ ਤੁਹਾਡਾ ਇੰਪਲੋਇਰ ਜਿਹੜਾ ਉਹ ਡੈਜ਼ਿਗਨੇਟਡ ਹੈਗਾ ਤਾਂ ਤੁਸੀਂ ਨਿਊਫਾਊਂਡਲੈਂਡ ਜਾਓ. ਅਦਰਵਾਈਜ਼ PNP ਦੀਆਂ ਕੰਡੀਸ਼ਨਸ ਥੋੜ੍ਹੀਆਂ ਜਿਹੀਆਂ ਇਹਦੀਆਂ ਹਾਰਡ ਹੈਗੀਆਂ ਜੀ ਐਜ਼ ਕੰਪੇਅਰ ਟੂ ਅਦਰ ਪ੍ਰੋਵਿੰਸਿਸ. So if you are applying under AIPP, that's the best way if you want to get permanent residency through Newfoundland. Not designated. Yeah, so basically you DSFRE. So basically if you are working store manager, you need to have an LMIA from the same employer and you need to fulfill other conditions as well. ਫਿਰ ਹੀ ਤੁਸੀਂ ਜਿਹੜੀ PNP ਲਗਾ ਸਕਦੇ ਹੋ. ਮਨਰਾਜ ਹਰਪ੍ਰੀਤ, ਮੇਰਾ ਸਟੱਡੀ ਅਪ੍ਰੈਲ 'ਚ ਡਨ ਹੋ ਰਹੀ ਆ, ਕੈਨ ਆਈ ਅਪਲਾਈ ਮਾਈ ਸਪਾਊਸ ਵੀਜ਼ਾ ਇਨ December? No, not at all. Don't take these chances because you will face refusal. There are very little chances that you will get approval for your spousal open work permit. I am Samritpal Singh. ਦਾ ਕੁਐਸਚਨ ਹੈ ਜੀ ਬਰੋ ਮੈਂਟੇਨੈਂਸ 'ਚ ਇੱਥੇ ਪਾਇਲਟ ਪ੍ਰੋਗਰਾਮ ਦਾ ਕਿੰਨੀਆਂ ਫਾਈਲਸ ਅਲਾਉਡ ਹੈ ਇੱਕ ਸਾਲ ਦੇ ਵਿੱਚ? ਸੋ ਇਹਦੀਆਂ ਜਿਹੜੀਆਂ ਕੋਟਾ ਹੈ ਜਿਹੜਾ RNP ਦਾ ਕੋਟਾ ਹੈ ਜਿਹੜਾ ਉਹ ਰਫਲੀ ਅਬਾਊਟ ਹਾਲੇ ਤੱਕ ਤਾਂ ਕੋਈ ਫਿਲ ਨਹੀਂ ਹੋਇਆ. ਸੋ ਬੇਸਿਕਲੀ ਯੂ ਡੋਂਟ ਨੀਡ ਟੂ ਤੁਹਾਨੂੰ ਇਸ ਦੇ ਵਿੱਚ ਤੁਸੀਂ ਔਨਲਾਈਨ ਜਾਓਗੇ ਇੱਕ ਤਾਂ ਚੈੱਕ ਕਰ ਸਕਦੇ. ਪਲੱਸ ਇਫ ਯੂ ਮੈਟ ਆਲ ਅਦਰ ਕੰਡੀਸ਼ਨਸ ਤਾਂ ਤੁਸੀਂ ਕੋਟੇ ਬਾਰੇ ਵਰੀ ਨਾ ਕਰੋ, ਆਪਣੀ ਫਾਈਲ ਲੌਂਚ ਕਰੋ. ਵਨਸ ਫਾਈਲ ਇਜ਼ ਇਨ ਯੂ ਆਰ ਸੇਫ. ਸੋ ਨੈਕਸਟ ਥਿੰਗ ਹੈ ਜੀ ਜਿਹੜੀ requirements for pilot program. please ਕਿਹੜਾ pilot program? there are lot of pilot program. Sony 11 ਜੀ ਨੇ question ਕੀਤਾ. so please let us know which pilot program you are talking about. sir security guard job it comes under NOC level C. so ਉਸ ਦੇ ਵਿੱਚ ਜਿਹੜਾ ਹੈਗਾ ਜੀ C ਕੈਟੇਗਰੀ ਹੈਗੀ ਹੈ ਮੈਨੀਟੋਬਾ ਦੇ ਵਿੱਚ. ਸੋ ਬੇਸਿਕਲੀ ਜਿਹੜੀ ਇਨ ਡਿਮਾਂਡਸ ਦੇ ਵਿੱਚ ਹੈਗੀ ਉਹ ਵਾਲੀ ਆਕੂਪੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ, ਅਦਰਵਾਈਜ਼ ਨੋ. ਸਰ ਪੇ ਬਾਈ ਵੀਕਲੀ ਓਕੇ. Newfoundland PNP ਸਟੱਡੀ ontario ਦਾ ਕੰਪਲੀਟ ਕੀਤੀ. ਐਮ ਵਰਕਿੰਗ ਐਜ਼ ਅ ਮੈਨੇਜਰ ਇਨ ਯੈਸ. ਆਈ ਹੋਪ ਮੈਂ ਉਹਨਾਂ ਦਾ Newfoundland PNP ਦਾ ਜਿਹੜਾ ਤੁਹਾਡਾ ਆਨਸਰ ਕਰ ਦਿੱਤਾ ਹੋਏਗਾ. ਨੈਕਸਟ ਇਜ਼ ਓਕੇ ਸਰ ਸੌਫਟਵੇਅਰ ਡਿਵੈਲਪਰ ਦੀ ਜੋਬ ਦੀ PNP ਲੱਗਦੀ ਹੈ ontario 'ਚ ਜੇ X% ਹੀ ਲੱਗੂ? ਸੋ ਬਰਾੜ ਸੁੱਖ ਜੀ ਜਿਹੜੀ PNP ontario ਦੀ ਜੇ ਤੁਸੀਂ ਕਰ ਰਹੇ ਹੋ ਵੈਬ ਜਿਹੜੀ ਹੈਗੀ ਤੁਸੀਂ ਓਕੇ ਜੇ ਤੁਸੀਂ ਰਿਲੇਟਿਡ ਟੂ ਸਮਥਿੰਗ ਕੰਪਿਊਟਰ ਜਿੱਦਾਂ ਵੈਬ ਡਿਜ਼ਾਈਨਰਸ ਹੋ ਗਿਆ, ਇਹਦੇ ਵਿੱਚ ਮੈਂ ਤੁਹਾਨੂੰ ਆਕੂਪੇਸ਼ਨਸ ਦੱਸ ਦਿੰਦਾ ਕਿਹੜੀਆਂ ਉਹਨਾਂ ਨੇ ਟਾਰਗੇਟ ਕੀਤੀਆਂ. ਸੋ
Leave out. Just wait for a second, please. I will let you know. ਜਿਹੜੀਆਂ ONP ਦੀਆਂ ਆਕੂਪੇਸ਼ਨਸ ਹੈਗੀਆਂ ਸੀਗੀਆਂ ਜੀ, ਜਿਹੜੀਆਂ ਹਿਊਮਨ ਕੈਪੀਟਲਸ ਦੇ ਅੰਦਰ ਫਾਈਨੈਂਸ਼ੀਅਲ ਮੈਨੇਜਰ, ਐਡਵਰਟੀਜ਼ਮੈਂਟ ਮੈਨੇਜਰਸ, ਕੋਰਪੋਰੇਟ ਸੇਲ ਮੈਨੇਜਰ, ਫਾਈਨੈਂਸ਼ੀਅਲ ਆਡੀਟਰਸ, ਪ੍ਰੋਫੈਸ਼ਨਲ ਆਕੂਪੇਸ਼ਨਸ ਇਨ ਬਿਜ਼ਨਸ ਮੈਨੇਜਮੈਂਟ ਕੰਸਲਟਿੰਗ, ਇਹਨਾਂ ਨੂੰ ਟਾਰਗੇਟ ਕਰਕੇ ਇਹਨਾਂ ਨੂੰ NOI ਆਏ ਆ ਜੀ ਜਿਹੜੇ। ਈਵਨ ਇਫ ਯੂ ਆਰ ਵਰਕਿੰਗ ਅੰਡਰ ਲਾਈਕ ਵੈਬ ਡਿਜ਼ਾਈਨਿੰਗ ਜਾਂ ਹੋਰ ਕਿਤੇ, ਇਹ ਵੀ ਆਕੂਪੇਸ਼ਨਸ ਵਧੀਆ ਨੇ, ਇਹਨਾਂ ਦੇ ਵਿੱਚ ਵੀ ਤੁਹਾਨੂੰ NOI ਆਉਣ ਦੇ ਚਾਂਸਿਸ ਹੈਗੇ ਆ ਜੀ। ਠੀਕ ਹੈ ਜੀ, ਓਕੇ ਸਰ। ਅਸੀਂ ਕਿਹੜੀ ਵੈਬਸਾਈਟ 'ਤੇ, ਮਨਦੀਪ ਕੌਰ ਦਾ ਸਵਾਲ ਹੈ ਕਿ ਕਿਹੜੀ ਵੈਬਸਾਈਟ 'ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਸੋ ਇਹ ਮੈਂ ਤੁਹਾਨੂੰ ਵੈਬਸਾਈਟ ਜਿਹੜੀ ਪ੍ਰੋਪਰ ਦੱਸ ਦਿੰਦਾ। ਇਹ ਵੈਬਸਾਈਟ ਹੈਗੀ ਹੈ ਜੀ en24news.com, en24news.com 'ਤੇ ਜਾ ਕੇ ਤੁਸੀਂ ਇਸ ਨਿਊਜ਼ ਬਾਰੇ, ਜਿਹੜੀ ਮੌਂਟਰੀਅਲ ਦੀ ਸਸਪੈਂਸ਼ਨ ਵਾਲੀ ਨਿਊਜ਼ ਹੈ ਸੀ ਦੀ, ਉਹ ਤੁਸੀਂ ਜਾ ਕੇ ਦੇਖ ਸਕਦੇ ਹੋ। I'm graduated from user ਜਿਹੜੇ ਹੈਗੀ 60193615, ਇਹਨਾਂ ਦਾ ਕੁਐਸਚਨ ਹੈ, I am graduated from India and completed my study in Ontario and now on work permit, please ਦੱਸ ਦਿਓ ਕੁਛ। Yes, if you want to apply for permanent residency you will be eligible under express entry as well। ਗ੍ਰੈਜੂਏਸ਼ਨ ਕੀਤੀ ਆ, IELTS ਦੇ ਵਿੱਚੋਂ ਤੁਸੀਂ ਥੋੜ੍ਹੇ ਜਿਹੇ ਬੈਂਡਸ ਅੱਛੇ ਲਓ, 7, 7.5, you will get IT under express entry, ਔਰ ਤੁਸੀਂ PNP Ontario ਦੇ ਲਈ ਵੀ eligible ਹੈਗੇ ਹੋ। ਸੋ ਬੇਸਿਕਲੀ ਕੁਐਸਚਨ ਹੈ ਜਿਹੜਾ ਜੀ ਜਨਰਲ ਦੇ ਵਿੱਚ ਇਹ ਜੇ ਪੁੱਛ ਰਹੇ ਤੁਸੀਂ ਕਿ PR ਵਾਸਤੇ ਤੁਹਾਡੀ ਕਿਹੜੀ ਬੈਸਟ ਹੈ ਪ੍ਰੋਵਿੰਸ, ਤਾਂ Ontario ਵੀ ਬੈਸਟ ਹੈ ਡਿਪੈਂਡਿੰਗ ਔਨ ਯੂਰ IELTS, ਤਾਂ ਤੁਸੀਂ ਮੂਵ ਵੀ ਹੋ ਸਕਦੇ ਹੋ। ਮਨਪ੍ਰੀਤ ਕਲੇਰ, ਇੰਟਰਵਿਊ ਆ ਸਕਦੀ PR ਲਈ ਸਰ, ਪਲੀਜ਼ ਅਪਲਾਈ। ਯੈਸ ਮਨਪ੍ਰੀਤ ਕਲੇਰ, ਇਫ ਵੀਜ਼ਾ ਆਫਸਰ, ਰਿਸਪੈਕਟਿਡ ਵੀਜ਼ਾ ਆਫਸਰ ਨੂੰ ਕੁਛ ਕੁਐਸਚਨਸ ਹੋਣਗੇ ਤੁਹਾਡੀ ਜਿਹੜੀ ਹੈਗੀ ਆ ਪ੍ਰੋਫਾਈਲ ਦੇ ਬਾਰੇ ਨੇ, ਡੈਫੀਨੇਟਲੀ ਉਹ ਵੀਜ਼ਾ ਜਿਹੜੀ ਇੰਟਰਵਿਊ ਕਰ ਸਕਦੇ ਨੇ, ਬਟ ਇਸ ਦੇ ਚਾਂਸਿਸ ਬੜੇ ਘੱਟ ਨੇ ਜੇ ਸਾਰਾ ਕੁਝ ਓਕੇ ਆ, ਤੁਹਾਡੀ ਜਿਹੜੀ ਫਾਈਲ ਪ੍ਰੋਪਰ ਵਿਦ ਐਕਸਪਲੇਨੇਸ਼ਨ ਲੱਗੀ ਆ, ਕੋਈ ਉਸਦੇ ਵਿੱਚ ਪ੍ਰੋਫਾਈਲ ਦੇ ਵਿੱਚ ਕੁਝ ਫੇਕ ਨਹੀਂ ਲੱਗਾ ਜਾਂ ਕੁਝ ਐਸਾ ਨਹੀਂ ਹੈ ਜਿਹੜਾ ਕੁਐਸਚਨੇਬਲ ਹੈਗਾ, ਤਾਂ ਬਹੁਤ ਵਧੀਆ ਚਾਂਸਿਸ ਆ ਜੇ ਵੀ ਤੁਹਾਡੀ ਵਿਦਾਊਟ ਇੰਟਰਵਿਊ ਨਿਕਲ ਸਕਦੀ ਹੈ ਜਿਹੜੀ PR ਦੀ ਫਾਈਲ। ਅਦਰਵਾਈਜ਼ ਯੈਸ ਤੁਹਾਨੂੰ ਇੰਟਰਵਿਊ ਵੀ ਆ ਸਕਦੀ ਹੈ। If employer has some, if visa officer has some sort of questions। ਗੁਰੂ 1217 ਮੈਂ ਮਾਸਟਰਸ ਲਈ ਕਿ ਆਇਆ ਸੀ ਇੰਡੀਆ ਤੋਂ ਐਂਡ ਇੱਥੇ ਕੰਮ ਗੁਰੂ ਜੀ ਜੇ ਤੁਸੀਂ ਇੱਥੇ ਮਾਸਟਰਸ ਲੈ ਕੇ ਆਏ ਸੀਗੇ, ਜੇ ਤੁਸੀਂ ਮਾਸਟਰਸ ਕਰ ਲੈਂਦੇ ਅਫਕੋਰਸ ਉਹਦੇ ਬੈਨੀਫਿਟ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਵਾਲੇ ਜ਼ਿਆਦਾ ਹੁੰਦੇ ਆ, ਬਟ ਐਨੀ ਹਾਊ ਇਫ ਯੂ ਆਪਟਡ ਫॉर ਅੰਡਰ ਗ੍ਰੈਜੂਏਟ ਪ੍ਰੋਗਰਾਮ, ਅੰਡਰ ਗ੍ਰੈਜੂਏਟ ਦਾ ਮਤਲਬ ਕਿ ਜੇ ਤੁਸੀਂ +2 ਤੋਂ ਬਾਅਦ ਵਾਲਾ ਪ੍ਰੋਗਰਾਮ ਕਰ ਲਿਆ, ਸੋ ਬੇਸਿਕਲੀ ਉਹ ਜਿਹੜਾ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਜਿਹੜਾ ਜੀ ਉਹ ਪੁਆਇੰਟਸ ਥੋੜ੍ਹੇ ਬਹੁਤੇ ਤੁਹਾਡੇ ਘਟਣਗੇ ਜ਼ਰੂਰ, ਬਟ ਇਟਸ ਨਾਟ ਹੈਵਿੰਗ ਬਹੁਤ ਜ਼ਿਆਦਾ ਕੋਈ ਇੰਪੈਕਟ ਨਹੀਂ ਪੈਣ ਵਾਲਾ ਜੇ ਤੁਸੀਂ ਪ੍ਰੋਪਰ ਉਹਨੂੰ ਕੰਪਲੀਟ ਕਰਦੇ ਹੋ ਇੰਡੀਆ ਤੋਂ। ਜੇ ਤੁਹਾਡੀ ਗ੍ਰੈਜੂਏਸ਼ਨ ਹੈਗੀ ਆ ਤਾਂ ਤੁਸੀਂ ਸਟਿਲ ਜਿਹੜਾ ਜੀ ਕਾਫੀ ਸਾਰੇ ਪ੍ਰੋਗਰਾਮ ਦੇ ਵਿੱਚ PR ਐਲੀਜੀਬਲ ਹੋ ਜਾਂਦੇ ਹੋ। ਸਰ ਇਨ ਡਿਮਾਂਡ Ontario ਕਦੋਂ ਓਪਨ ਹੋ ਸਕਦੀ ਹੈ? ਰੈਵੀ 1313 ਦਾ ਕੁਐਸਚਨ ਹੈ ਜੀ। ਸੋ ਰੈਵੀ ਜੀ ਬਹੁਤ ਸਾਰਿਆਂ ਸਟੂਡੈਂਟਸ ਵੱਲੋਂ ਬਹੁਤ ਸਾਰੇ ਜਿਹੜੇ ਆ ਜੀ ਬੌਂਡਡ LMA ਹੋਲਡਰਸ ਟਰੱਕਿੰਗ ਦੇ ਵਿੱਚ ਉਹਨਾਂ ਵੱਲੋਂ 2020 ਲਈ ਕਲੋਜ਼ ਹੈ। 2021 ਲਈ ਤੁਸੀਂ ONP ਦੀ ਜਿਹੜੀ ਵੈਬਸਾਈਟ ਅਫੀਸ਼ੀਅਲ ਉਸ 'ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਜਿੰਨੀ ਕੁ ਜਾਣਕਾਰੀ ਉਹ ਜਨਰਲ ਪਬਲਿਕ ਨੂੰ ਆ ਉਨੀ ਕੁ ਹੀ ਇੱਕ RCIC ਨੂੰ ਉਨੀ ਕੁ ਹੀ ਸਾਡੀ ਫਾਰਮ ਨੂੰ ਹੁੰਦੀ ਹੈ। ਕੋਈ ਉਹਦੇ ਵਿੱਚ ਇਹ ਨਹੀਂ ਹੈ ਕਿ ਸਾਨੂੰ ਪਹਿਲੋਂ ਇਨਫੋਰਮੇਸ਼ਨ ਆ ਜਾਂਦੀ। ਕਈ ਚੀਜ਼ਾਂ ਦੇ ਵਿੱਚ ਇਨਫੋਰਮੇਸ਼ਨ ਉਹ ਜ਼ਰੂਰ ਦੇ ਦਿੰਦੇ ਨੇ ਜੀ, ਬਟ ਮੋਸਟਲੀ ਕੋਈ ਇਹਦੀ ਪ੍ਰੈਡਿਕਸ਼ਨ ਨਹੀਂ ਹੈਗੀ, ਬਟ ਵੀ ਆਰ ਐਕਸਪੈਕਟਿੰਗ ਕਿ ਸ਼ਾਇਦ ਜਨਵਰੀ ਦੇ ਵਿੱਚ ਦੁਬਾਰਾ ਖੁੱਲ੍ਹ ਜੇ। ਸੋ ਜੇ ਤੁਹਾਡਾ ਐਕਸਪੀਰੀਅੰਸ ਪੂਰਾ ਹੈਗਾ, ਸਾਰੇ ਡਾਕੂਮੈਂਟਸ ਅਲਾਈਨ ਕਰਕੇ ਰੱਖੋ, ਕਿਉਂਕਿ ਜਦੋਂ ਵੀ ਓਪਨ ਹੋਏਗੀ ਰਾਈਟ ਵੇ ਤੁਸੀਂ ਜਿਹੜੀ ਫਾਈਲ ਜਿਹੜੀ ਆਪਣੀ ONP ਡਿਮਾਂਡ ਸਕਿੱਲਸ ਦੇ ਵਿੱਚ ਲਗਾ ਸਕੋ। ਮਾਈ ਹਸਬੈਂਡ ਗॉट ਮੈਡੀਕਲ ਰਿਕੁਐਸਟ ਵਿਦਾਊਟ ਬਾਇਓਮੈਟ੍ਰਿਕਸ। ਸੋ Saitanya Sharma. So basically this is possible. Nowadays we have seen couple of phone calls, couple of appointments that we have taken on these basis only, that they have got refusals to without biometrics. So if you got a medical request by without biometrics, that's okay, because see their biometrics department CIC ਦਾ ਜੋ biometrics department ਹੈ ਉਹ ਕੰਮ ਅੱਗੇ ਨਾਲੋਂ ਘੱਟ ਹੋ ਰਿਹਾ ਡਿਊ ਟੂ ਸ਼ਾਰਟੇਜ ਆਫ ਸਟਾਫ ਐਂਡ ਡਿਊ ਟੂ COVID-19। ਸੋ ਜੇ ਮੈਡੀਕਲ ਆ ਗਿਆ ਦੈਟਸ ਫਾਈਨ, ਦੇ ਵਿਲ ਇਸ਼ੂ ਬਾਇਓਮੈਟ੍ਰਿਕਸ ਐਜ਼ ਵੈਲ। ਸੋ ਇਟ ਇਜ਼ ਡਿਪੈਂਡਿੰਗ ਕਿ ਕਦੋਂ ਲਗਾਈ ਹੈ ਫਾਈਲ, ਐਂਡ ਉਹ ਕਈ ਲੋਕਾਂ ਨੂੰ ਕਈ ਕਲਾਇੰਟ ਤੋਂ ਇਹ ਸੈਂਡ ਕਰ ਰਹੇ।
सर स्पाउस दी फाइल्स हाँ जी डेफिनेटली आरजू सुदाना जी लगा सकते डेफिनेटली इफ़ यू आर मीटिंग ऑल द कंडीशंस यू कैन लॉज दीज फाइल्स. So next questions लेने हैं जी. सो ਜਿਹੜੇ ਵੀ ਸਾਨੂੰ ONP ਦੀ ਇਨ ਡਿਮਾਂਡ ਸਕਿੱਲਸ ਬਾਰੇ ਪੁੱਛ ਰਹੇ ਨੇ ਸੋ ਬੇਸਿਕਲੀ ਬਰਾੜ ਸੁਖ ਨੇ ਸੌਫਟਵੇਅਰ ਡਿਵੈਲਪਰ ਬਾਰੇ ਪੁੱਛਿਆ ਸੀਗਾ. ਸੋ ਇਸ ਦੇ ਵਿੱਚ ਮੈਂ ਤੁਹਾਨੂੰ 1 2 3 4 5 6 ਜਿਹੜੀਆਂ ਆਕੂਪੇਸ਼ਨਸ ਉਹ ਟੈਕ ਡਰਾ ਦੇ ਵਿੱਚ ਉਹਨਾਂ ਨੇ ਟਾਰਗੇਟ ਕੀਤੀਆਂ. ਸੋ ਟੈਕ ਡਰਾ ਬੇਸਿਕਲੀ ਹਿਊਮਨ ਕੈਪੀਟਲਸ ਜਿਹੜੀ ਸਟਰੀਮ ਹੈ ਉਹਦਾ ਹੀ ਇੱਕ ਪਾਰਟ ਹੁੰਦਾ, ਉਹ ਤੁਸੀਂ ਐਲੀਜੀਬਲ ਹੋਣੀ ਚਾਹੀਦੀ ਹਿਊਮਨ ਕੈਪੀਟਲਸ ਦੇ ਵਿੱਚ. ਦੈਨ ਜੇ ਤੁਸੀਂ ਇਹਨਾਂ ਪਰਟੀਕੂਲਰ ਆਕੂਪੇਸ਼ਨਸ ਦੇ ਵਿੱਚ ਕੰਮ ਕਰ ਰਹੇ ਤੁਹਾਨੂੰ ਨੋਟਿਸ ਆਫ ਇੰਟਰਸਟ ontario ਦੀ ਗਵਰਨਮੈਂਟ ਵੱਲੋਂ ਆ ਸਕਦਾ. ਸੋ ਇਹਦੇ ਵਿੱਚ ਆਉਂਦੇ ਆ ਜੀ ਸੌਫਟਵੇਅਰ ਇੰਜੀਨੀਅਰਸ ਐਂਡ ਡਿਜ਼ਾਈਨਰਸ NOC ਕੋਡ 2173. ਦੈਨ ਇਹਦੇ ਵਿੱਚ ਆਉਂਦੇ ਕੰਪਿਊਟਰ ਪ੍ਰੋਗਰਾਮਰਸ ਐਂਡ ਇੰਟਰੈਕਟਿਵ ਮੀਡੀਆ ਡਿਵੈਲਪਰਸ NOC 2174. ਕੰਪਿਊਟਰ ਇੰਜੀਨੀਅਰਸ NOC 2147. ਵੈਬ ਡਿਜ਼ਾਈਨਰ ਐਂਡ ਡਿਵੈਲਪਰਸ NOC 2175. database analyst and data administrators NOC 2172. and last one ਕੰਪਿਊਟਰ ਐਂਡ ਇਨਫੋਰਮੇਸ਼ਨ ਸਿਸਟਮਸ ਮੈਨੇਜਰ NOC 0213. ਇਹ 6 ਤਰ੍ਹਾਂ ਦੀਆਂ ਆਕੂਪੇਸ਼ਨਸ ਆਉਂਦੀਆਂ ਨੇ ਟੈਕ ਡਰਾ ਦੇ ਵਿੱਚ ਜੇ ਤੁਸੀਂ ਇਹਨਾਂ ਦੇ ਵਿੱਚ ਕੰਮ ਕਰ ਰਹੇ ਹੋ. ਬਾਕੀ ਸਾਰੀਆਂ ਹਿਊਮਨ ਕੈਪੀਟਲ ਸਟਰੀਮ ਦੀਆਂ ਜਿਹੜੀਆਂ ਕੰਡੀਸ਼ਨਸ ਤੁਸੀਂ ਫੁਲਫਿਲ ਕੀਤੀਆਂ ਬਹੁਤ ਹਾਈ ਚਾਂਸਿਸ ਹੈ ਕਿ ਇਹਦੇ ਵਿੱਚ ਤੁਹਾਨੂੰ NOE ਆ ਸਕਦਾ ਜੀ. ਸਰ ਹੈਲੋ ਸਰ ਵਿੱਚ ਕੀ ਪ੍ਰੋਬਲਮ ਚੱਲ ਰਹੀ ਹੈ? ਸੋ ਬਲਜਿੰਦਰ ਨਾਇਨ ਜੀ ਆਈ ਵਿਲ ਮੇਕ ਅ ਸੈਪਰੇਟ ਵੀਡੀਓ ਔਨ ਦਿਸ ਐਜ਼ ਵੈਲ. ਇਹ ਮੇਰੀ ਟਿਕਟੋਕ ਤੁਸੀਂ ਫੋਲੋ ਕਰੋ ਜਾ ਕੇ, ਉੱਥੇ ਵੀਡੀਓਜ਼ ਚੈੱਕ ਕਰੋ. ਮੈਂ ਇੱਕ ਵੀਡੀਓ ਹੋਰ ਥੋੜ੍ਹੀ ਦੇਰ ਤੱਕ ਬਣਾ ਰਿਹਾ ਸਪੈਸ਼ਲੀ ਔਨ ਦਿਸ CAQ ਸਸਪੈਂਸ਼ਨ. ਬਾਕੀ ਜੇ ਤੁਸੀਂ ਪੂਰਾ ਲਾਈਵ ਚੈੱਕ ਕਰੋਗੇ ਫਸਟ ਐਂਡ ਫੋਰਮੋਸਟ ਅਸੀਂ ਇਸੇ ਹੀ ਚੀਜ਼ ਬਾਰੇ ਜਿਹੜੀ ਸਾਰੀ ਡਿਸਕਸ਼ਨ ਕੀਤੀ ਹੈ ਜੀ. ਮਾਈ ਹਸਬੈਂਡ ਵਿੰਸ ਕੋਟਰਾ ਜੀ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਲਈ ਵੈਸੇ ਤਾਂ ਨੋਰਮਲੀ ਸਾਡੇ ਕੋਲ ਜਿੰਨੀਆਂ ਵੀ ਅਸੀਂ ਫਾਈਲਸ ਕੀਤੀਆਂ ਨੇ ਸਾਰਿਆਂ ਦਾ ਨੋਰਮਲੀ ਐਵਰੇਜ ਪ੍ਰੋਸੈਸਿੰਗ ਟਾਈਮ 6 ਤੋਂ 8 ਮਹੀਨੇ ਦਾ ਹੀ ਹੈ. ਇਨ ਸਮ ਕੇਸਿਸ ਜਿੱਥੇ ਉਹਨਾਂ ਨੇ ਕੋਈ ਕੋਰਸਪੋਂਡੈਂਸ ਦੇ ਕੇ ਕੋਈ ਕਿਸੇ ਤਰ੍ਹਾਂ ਦਾ ਡਾਕੂਮੈਂਟ ਮੰਗਾ ਲਿਆ ਜਾਂ ਕੋਈ ਐਕਸਪੀਰੀਅੰਸ ਦੇ ਵਿੱਚ ਇਸ਼ੂ ਜਾਂ ਕਿਸੇ ਤਰ੍ਹਾਂ ਦਾ ਜੋ ਇਸ਼ੂ ਹੈਗਾ ਤਾਂ ਉਸ ਦੇ ਵਿੱਚ ਉਹ ਜ਼ਿਆਦਾ ਟਾਈਮ ਲੈ ਰਹੇ ਨੇ. ਬਾਕੀ ਸਾਰੀਆਂ ਫਾਈਲਸ ਆ ਜਿਹੜੀਆਂ ਅਪਰੋਕਸੀਮੇਟਲੀ 6 7 8 ਮਹੀਨਿਆਂ ਦੇ ਵਿੱਚ ਆ ਰਹੀਆਂ ਨੇ ਸਾਰੀਆਂ ਜੀ. ਸਰ ਇੰਡੀਆ ਤੋਂ ਮਾਸਟਰਸ ਲਈ ਲੈ ਕੇ ਆਇਆ ਸੀ ਇੱਥੇ. ਓਕੇ ਦਿਸ ਇਜ਼ ਸੇਮ ਕੁਐਸਚਨ. ਵਰਮਾ ਦੁਸ਼ੀ 007 ਐਨੀ ਅਪਡੇਟਸ ਔਨ ONP? ਨੋ ਅਪਡੇਟਸ. ਇਟ ਵਾਸ ਪਾਸਡ ਔਨ November 26th ਐਂਡ ਉਸ ਤੋਂ ਬਾਅਦ ਹਾਲੇ ਕੋਈ ਅਪਡੇਟ ਨਹੀਂ ਆਈ ਜੀ. ਸੋ ਵੀ ਆਰ ਆਲਸੋ ਵੇਟਿੰਗ ਔਨ ਦੈਟ. ਸੋ ਦੇਰ ਸ਼ੁੱਡ ਬੀ ਇੰਦਰਜੀਤ ਕੌਰ ਜੀ ਇਹ ਕਦੇ ਵੀ ਕਨਫਰਮ ਨਹੀਂ ਹੁੰਦਾ. ਸੋ ਦਿਸ ਇਜ਼ ਅ ਟ੍ਰੈਂਡ ਓਨਲੀ. ਸੋ ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਦੱਸ ਦਿੰਦਾ ਓਨੈਸਟਲੀ ਅਸੀਂ ਵੀ ਅੱਜ ਇਹੀ ਵੇਟ ਕਰ ਰਹੇ ਸੀਗੇ ਕਿ ਕੋਈ ਨਾ ਕੋਈ ਡਰਾ ਆਏਗਾ. ਸੋ ਰਾਤ ਦੇ 12 ਵਜੇ ਤੱਕ ਦੇਖੋ ਜੇ ਕੋਈ ਡਰਾ ਆਉਂਦਾ ਠੀਕ ਹੈ, ਨਹੀਂ ਆਉਂਦਾ ਤਾਂ ਵੀ ਹੈਵ ਟੂ ਵੇਟ. ਨੋ ਪ੍ਰੋਬਲਮ, ਕੋਈ ਨਹੀਂ ਵੇਟ ਕਰ ਲੈਂਦੇ 1-2 ਦਿਨ ਆ ਜਾਏਗਾ ਡਰਾ ਹੈ ਨਾ. ਸੋ ਬੇਸਿਕਲੀ ਉਹਦੇ ਵਿੱਚ ਕੋਈ ਵੀ ਕਨਫਰਮ ਨਹੀਂ ਹੁੰਦਾ ਕਿ ਇਸ ਦਿਨ ਹੀ ਹੋਣਾ. ਨੈਕਸਟ ਸਰ ਭਾਵਨਾ ਭਵਨ ਧਨੋਆ. ਸਰ ਮੇਰੀ ਪ੍ਰੀ ਅਰਾਈਵਲ ਆਈ ਨੂੰ 19 months ਆਫਟਰ PMP. ਭਵਨ ਧਨੋਆ ਜੀ ਸੌਰੀ ਟੂ ਹੀਅਰ ਦੈਟ ਬ੍ਰੋ. ਸੋ ਬੇਸਿਕਲੀ ਕੀ ਹੈ ਕਿ ਬਹੁਤ ਜਾਣਿਆਂ ਦੀ ਪ੍ਰੀ ਅਰਾਈਵਲ 2019 ਦੀ ਆਈ ਹੋਈ ਹੈ ਐਂਡ PR ਹੋਣੀ ਸ਼ੁਰੂ ਹੋ ਰਹੀਆਂ ਨੇ. ਸੋ ਯੂ ਡੋਂਟ ਨੀਡ ਟੂ ਵਰੀ ਅਬਾਊਟ ਦੈਟ. 21 months ਜਿਹੜੇ ਅਪਰੋਕਸੀਮੇਟਲੀ ਲੱਗ ਰਹੇ ਨੇ PNP ਪੇਪਰ ਫਾਈਲਿੰਗ ਨੂੰ. ਸੋ ਵਰੀ ਨਾ ਕਰੋ, ਆ ਜਾਣਗੀਆਂ ਤੁਹਾਡੀ ਜਿਹੜੀ PR ਆ ਜਾਏਗੀ. ਸੋ ਬੇਸਿਕਲੀ ਹੋਰ ਜਿਹੜੇ ਕੁਐਸਚਨ ਹੈ ਜਿਹੜੇ ਜੀ ਉਹ ਅਸੀਂ ਦੇਖਾਂਗੇ ਕਿਹੜੇ ਕਿਹੜੇ ਆਏ ਕਿਉਂਕਿ ਕੁਐਸਚਨਸ ਬਹੁਤ ਜ਼ਿਆਦਾ ਆ ਗਏ ਨੇ ਟਾਈਮ ਘੱਟ ਹੋਣ ਕਰਕੇ. ਅਸੀਂ ਕਿ ਸਾਨੂੰ ਸਾਡੇ ਕੰਮ ਸੋ ਜੇ ਤੇ ਗੀਤਿਕਾ ਗਾਬਾ ਜੀ ਜੇ ਤੁਸੀਂ ONP ਇੰਟਰਨੈਸ਼ਨਲ ਸਟੂਡੈਂਟਸ ਟੀਮ ਅੰਡਰ ਲਗਾ ਰਹੇ ਹੋ ਤਾਂ ਕੋਈ ਵੀ ਐਲਸ ਦੇਣ ਦੀ ਲੋੜ ਨਹੀਂ ਹੈ. ਮਨਪ੍ਰੀਤ ਕਲੇਰ ਦਾ ਐਕਸਪ੍ਰੈਸੈਂਟ ਦੀ ਪੇ ਕਰਵਾ ਸਕਦੇ. ਸੋ ਬੇਸਿਕਲੀ ਮਨਪ੍ਰੀਤ ਜੀ ਡਿਊ ਟੂ COVID-19 ਸਾਰੀਆਂ ਸਿਚੁਏਸ਼ਨਸ ਹੋ ਰਹੀਆਂ ਨੇ, ਅਦਰਵਾਈਜ਼ ਸਾਰੀਆਂ ਐਵਰੇਜ ਫਾਈਲ ਦੀ ਪ੍ਰੋਸੈਸਿੰਗ 6 ਮਹੀਨਿਆਂ ਦੀ ਹੀ ਹੈ. ਹਰਮਨ ਫੋਰਟਨ ਹਾਈ
यूज़र ओपन वर्क परमिट applied before 9 months for AP. So don't worry, जिन्हों का भी नाम नहीं हैगा, सो जी ओपन वर्क परमिट अप्लाई किया, वेट करो, उन्होंने इंक्वायरीज पाओ, शायद वो तुहाडा डिसीजन जल्दी कर दें। हेलो वाली सर, आई एम 12th पास सो 12th पास स्टूडेंट ਜਿਹੜੇ ਸਰੀ ਦੇ ਵਿੱਚ ਹੈ, ਸੋ ਬੇਸਿਕਲੀ ਕੀ ਹੈ ਕਿ ਸਰੀ ਦੇ ਵਿੱਚ ਅਸੀਂ we are not that much interested or we are not that much encourage students who have +2 from back home ਕਿ ਉਹ ਸਰੀ ਦੇ ਵਿੱਚ ਜਾਣ। ਉਹਨਾਂ ਲਈ ਹੋਰ ਬਹੁਤ ਬੈਟਰ ਆਪਸ਼ਨਸ ਹੈਗੇ ਨੇ, ਜਸਟ ਬਾਇਓਮੈਟ੍ਰਿਕ ਐਂਡ ਫੀ ਆਪਣੀ ਸਮਝੋ। ਸੋ ਵਿਚ ਐਪਲੀਕੇਸ਼ਨ ਯੂ ਆਰ ਟਾਕਿੰਗ ਅਬਾਊਟ ਜੀ, ਤੁਸੀਂ ਜੇ ਤੇ ਬਾਇਓਮੈਟ੍ਰਿਕ ਦੀ ਗੱਲ ਕਰ ਰਹੇ ਹੋ, ਪਹਿਲਾਂ ਤੇ 1-2 ਦਿਨਾਂ ਬਾਅਦ ਆ ਜਾਂਦੀ ਹੁੰਦੀ ਸੀਗੀ, ਰਾਈਟ ਨਾਓ ਇਟਸ ਟੇਕਿੰਗ ਮੋਰ ਟਾਈਮ ਡਿਊ ਟੂ COVID-19। ਤਾਂ ਵੀਜ਼ਾ ਜੂਨ ਤੱਕ ਹੈ, ਮੇਰੀ ਸਪਾਊਸ ਦੀ ਫਾਈਲ ਜੁਲਾਈ ਦੀ ਲੱਗੀ ਹੈ। ਮੰਗਟ ਜੀ ਇਹਦਾ ਇੱਕ ਬਹੁਤ ਵਧੀਆ ਸੋਲੂਸ਼ਨ ਹੈ, ਜੇ ਇਨ ਕੇਸ ਨਹੀਂ ਵੀ ਆਉਂਦਾ, ਵੀਜ਼ੇ 'ਤੇ ਕੋਈ ਡਿਸੀਜਨ ਨਹੀਂ ਆਉਂਦਾ, ਤਾਂ ਜਦੋਂ ਤੁਸੀਂ ਵਰਕ ਪਰਮਿਟ ਅਪਲਾਈ ਕਰਦੇ ਹੋ, NOCB ਦੀ ਜੋ ਜੋਬ ਹੈਗੀ ਤੁਹਾਡੇ ਕੋਲ, ਉਹ ਤੁਸੀਂ ਲੈ ਕੇ ਉਹਨਾਂ ਨੂੰ ਅਪਡੇਟ ਕਰ ਸਕਦੇ ਹੋ। ਕਮਲ ਸਿੰਘ ਵਟਸ ਦਾ ਬੈਂਡ ਕੋਡ ਐਕਸਪੈਂਟ ਆਫਟਰ PNP ਨਿਊ ਬ੍ਰੰਸਵਿਕ। ਸੋ ਕਿਹੜੀ ਕੈਟੇਗਰੀ ਜੀ, ਜੇ ਤੇ ਰਫਲੀ ਅਬਾਊਟ ਤੁਸੀਂ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਮੋਸਟਲੀ ਉਹ CLB ਲੈਵਲ 4 ਦੀ ਰਿਕੁਆਇਰਮੈਂਟ ਰੱਖਦੇ ਨੇ। ਉਹ ਬੇਸਿਕਲੀ 600 ਪੁਆਇੰਟ ਤੁਹਾਨੂੰ ਨਿਊ ਬ੍ਰੰਸਵਿਕ ਦੀ PNP ਦਾ ਮਿਲਦਾ ਜੀ। ਬਾਇਓਮੈਟ੍ਰਿਕ ਸਰ PNP ਜੋ ਕੀਤੀ ਕਾ ਜੀ तो यूज़र 6019365 जी, माई ब्रदर डिड 3 ईयर डिप्लोमा। जे तो 3 ईयर डिप्लोमा तुसी 10th तो बाद या इवन +2 तो बाद किया, तो जिन्हों के जोड़े है जी बैंड 7 ईच या इस तो ज़्यादा आ सकते, तो एक्सप्रेस एंट्री अंडर, अदरवाइज PNP के ऑप्शनस कंसिडर कर सकते तुसी। सर MK IELTS विच बैन नहीं आ रहे। सो MK जो भी तुहाडा नाम है जी, जे तुसी IELTS बैन नहीं आ रहे, PNP ऑप्शनस अटलांटिक प्रोग्राम एंड RNP ਦੇ ऑप्शन तुसी कंसिडर कर सकते हो। बाकी कई बारी प्रोफाइल टू प्रोफाइल वेरी करता, होर भी तुहाडे लिए ऑप्शनस अवेलेबल हो सकते, जे तुसी प्रॉपरली अपनी कंसल्टेशन लैंदे हो तां उहदे विच असीं दस सकते हैं तुहानूं। मेरे कज़न ने स्टडी वीज़ा अप्लाई किया सी, बट वो हिज दिन वो बायोमेट्रिक करवा के आया, उस तो नैगेटिव ही उसकी रिफ्यूज़ल आ गई, उसकी अग मैसेज I have सर PG वर्क परमिट टाइम लग रहा है इन कैनेडा, सो इट्स टेकिंग मोर दैन यूजुअल 4 ਤੋਂ 5 ਮਹੀਨੇ एवरेज लग रहे हैं जी। पर जे आप PR लैके दूजे प्रोविंस मूव कर सकते हैं। हाँ जी शक्तिमान 1326 जी, जे तुसी PR किसी प्रोविंस दे विच लईए, वैसे तो इट्स रिकमेंडेड कि उस प्रोविंस दे विच रहो, बट ड्यू टू अनफोर्सिन सर्कमस्टांसिस या कोई हो जाते हैं तो तुसी मूव कर सकते हो। सर डू वी नीड IRCC प्रोफाइल बिफोर अप्लाइंग फॉर ONP? नो जी, वी डोंट नीड IRCC एक्सप्रेस एंट्री प्रोफाइल। सर ओंटारियो इंटरनेशनल स्ट्रीम वास्ते नहीं चाहिए। सर मेरी सिस्टर की एज ज़्यादा, तो ग्रैजुएट इंडिया तो इट डिपेंड्स उन्हों की जी है जी पूरी प्रोफाइल एनालाइज करके अमन कौर 3202 जी आप दस सकते हैं तुहानूं। सर आई वांट टू गो टू इंडिया कम बैक जॉइन। यस यूज़र अपना नाम भी मैंशन कर दिया करो जी, सो डैट तुहाडे यूज़र नेम कई तो नहीं होंगे। तो जे TR भी हैगा एवरीथिंग यू हैव फॉर ट्रैवलिंग, सिर्फ उत्थे लॉकडाउन का जिहड़ा हुंदा जी वो थोड़ा जिहा रिस्क हुंदा, बाकी तुसीं जा सकते हो। कैन यू प्लीज़ टेल मी हाउ वी कैन अप्लाई? यस देयर इज मनजोत सिक्को जी, देयर इज़ एन एप्लीकेशन फॉर वर्क परमिट एक्सटेंशन, तुसीं वो करके अपनी एक्सटेंशन लै सकते हो। सर तुसीं इंप्लॉयर जॉब कर सकते हो, इंप्लॉयर जॉब ऑफर। प्रीत कांडा जी, आई थिंक तुसीं ये पुछ रहे हो कि साडे कोई असी ट्राई ज़्यादा करते जरूर है, क्योंकि वी हैव लॉट ऑफ स्टाफ एंड कंप्यूटर्स अवेलेबल, बट स्टिल ये जो तुहाडे नाल हो रहा सारा कुछ साडे नाल हो रहा, सो वो कोई ऐसी कोई चीज़ नहीं हैगी कि साडे कोल रजिस्ट्रेशन ज़्यादा हो जाए, बट स्टिल यस वी ट्राई एंड टाइम जो भी ओपन होंदी है असी रेडी होंगे हैं। सो बेसिकली रजिस्ट्रेशन की चांसेस सेम ही होंगे जी। मेरे हस्बैंड ने अपनी छोटी बाइक को बुला उसको SSID जी, उसका क्या कौन सा वीज़ा लगवाना है वो आपको एनालिसिस करके बता सकते हैं। दसो की कैसे
ਰਿਆੜ ਬਾਈ ਜੀ ਤੁਹਾਡੀ ਜਿਹੜੀ GCMC ਨੋਟ ਆ ਉਹ ਦੇਖਣੇ ਪੈਣਗੇ, ਕਿ ਜਿਹੜੀ ਵੀ ਫਾਈਲ ਆ ਉਹਦਾ ਸਾਰਾ ਕੁਝ ਦੇਖਣਾ ਪਏਗਾ, ਕਿ ਉਹਦੇ ਵਿੱਚ ਜੇ ਕੋਈ ਰਿਫਿਊਜ਼ਲ ਦਾ ਤੁਸੀਂ ਕਹਿ ਰਹੇ ਹੋ ਉਹਦਾ ਦੇਖਣਾ ਪਏਗਾ, ਰਿਫਿਊਜ਼ਲ ਰੀਜ਼ਨ ਉਹਨੂੰ ਰੀਡ ਕਰਨ ਦਾ ਲਾਈਕ ਵੇ ਹੁੰਦਾ ਹੈ। ਸੋ ਉਹ ਤੁਸੀਂ ਦਿਖਾ ਕੇ ਪੁੱਛ ਸਕਦੇ ਹੋ, ਤੁਸੀਂ ਕਾਲ ਕਰ ਲਿਓ ਸਾਨੂੰ, ਅਸੀਂ ਲਾਈਕ ਕੇਸ ਡਿਸਕਸ ਦੇਖ ਕੇ ਤੁਹਾਨੂੰ ਦੱਸ ਸਕਦੇ ਵੀ ਇਨਪੁਟ ਬਾਅਦ ਮੈਨੂੰ ਲੱਗ ਸਕਦੀ ਹੈ। ਸੋ HK ਪੁੱਲਰ ਜੀ ਜੇ ਇਟਸ PNP ਹੈਗੀ ਹੈ ਜਿਹੜੀ ਜੀ ਐਕਸਪ੍ਰੈਸ ਐਂਟਰੀ ਤੋਂ ਬਿਨਾਂ ਵਾਲੀ ਹੈ, ਯੈਸ ਲਗਾ ਸਕਦੇ, ਬਟ ਜੇ ਐਕਸਪ੍ਰੈਸ ਐਂਟਰੀ ਵਾਲੀ PNP ਲਗਾ ਰਹੇ ਹੋ ਪਹਿਲਾਂ ਪ੍ਰੋਫਾਈਲ ਕ੍ਰੀਏਟਡ ਹੋਣੀ ਚਾਹੀਦੀ ਹੈ ਜੀ ਤੁਹਾਡੀ। ਬਾਈ ਜੀ ਸਾਡਾ ਕਿੰਨੇ 2 ਨੰਬਰ ਵਿੱਚ ਰਹਿ ਰਹੀ ਹੈ, ਉਹ ਇੰਡੀਆ ਵਾਪਸ ਕਿਵੇਂ ਆ? ਗੈਵੀ ਸਿੱਧੂ ਸਰ ਜੀ ਪਲੀਜ਼ ਸਾਨੂੰ 2896087408 'ਤੇ ਕਾਲ ਕਰ ਲਓ, ਤੁਹਾਡੀ ਸਿਚੁਏਸ਼ਨ ਸਮਝ ਕੇ ਤੁਹਾਨੂੰ ਦੱਸ ਦਾਂਗੇ ਉਹਦੇ ਬਾਰੇ। ਸਰ ਮੇਰੀ ਸਟੱਡੀ ਮਾਰਚ ਤੱਕ ਜੀ। ਜਿਹੜੇ ਕਹਿ ਰਹੇ ਆ ਕਿ somebody told us that they will not allow you if you are TRV till July 2021, it's a fake news। ਹਰਮੀਤ ਈਸ਼ਰ PG work permit ਵਾਸਤੇ ਬਾਇਓਮੈਟ੍ਰਿਕ ਦੇਣਾ ਪੈਂਦਾ, ਇਨਸਾਈਨ ਕੈਨੇਡਾ no brother it's exempted। ਸੋ ਹੋਰ just give me a second। ਸਰ ਆਪਾਂ ਨੂੰ PR ਲੈ ਕੇ ਕਿੰਨੀ ਦੇਰ? ਸੋ ਬੇਸਿਕਲੀ ਸ਼ਕਤੀਮਾਨ ਤੇ ਇਟਸ ਵੈਰੀ ਫਨੀ ਨੇਮ। ਸੋ ਸ਼ਕਤੀਮਾਨ ਜੀ ਗੱਲ ਇੱਦਾਂ ਹੈ ਕਿ ਜਿਹੜੀ PR ਦੀ ਤੁਸੀਂ ਰੈਜ਼ੀਡੈਂਸੀ ਓਬਲੀਗੇਸ਼ਨ ਮੇਨਟੇਨ ਕਰਨੀ ਹੁੰਦੀ 5 ਸਾਲਾਂ ਦੇ ਵਿੱਚ, ਤੁਹਾਨੂੰ ਐਟਲੀਸਟ ਰਫਲੀ 2 ਸਾਲ ਰਹਿਣਾ ਪੈਂਦਾ 5 ਸਾਲਾਂ ਦੇ ਵਿੱਚ, ਐਂਡ ਸਿਟੀਜ਼ਨਸ਼ਿਪ ਲਈ ਤੁਹਾਨੂੰ ਰਫਲੀ ਅਬਾਊਟ ਰਫਲੀ ਅਬਾਊਟ 3 ਸਾਲ ਰਹਿਣਾ ਪੈਂਦਾ। ਸੋ ਬੇਸਿਕਲੀ ਉਹ ਸਿਟੀਜ਼ਨਸ਼ਿਪ ਦੀ ਐਲੀਜੀਬਿਲਿਟੀ ਹੁੰਦੀ, ਬਾਕੀ ਰੈਜ਼ੀਡੈਂਸੀ ਓਬਲੀਗੇਸ਼ਨ ਇਜ਼ ਅ ਡਿਫਰੈਂਟ ਥਿੰਗ। ਸੋ 3 ਸਾਲ ਰਹਿਣਾ ਪਊਗਾ ਸਿਟੀਜ਼ਨਸ਼ਿਪ ਲਈ ਜੀ। ਨੈਕਸਟ ਥਿੰਗ ਵਰਕ ਵੀਜ਼ਾ ਅਪਲਾਈ ਕੀਤਾ ਸੀ 3 months ago from my ATIP notes। ਰਿਆੜ ਬਾਈ ਜੀ ਮੈਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵਰਕ ਪਰਮਿਟ ਅਪਲਾਈ ਕੀਤਾ, ਜੇ ਤੁਸੀਂ ਆਨਲਾਈਨ ਅਪਲਾਈ ਕੀਤਾ ਤੁਸੀਂ ਡਿਸੀਜਨ ਲੈ ਲਿਆ ਸੀਗਾ? ATIP ਨੋਟਸ ਨਹੀਂ ਹੁੰਦੇ, ATIP ਹੁੰਦੀ ਹੈ ਕਿ ਜਿਹੜੀ ਐਪਲੀਕੇਸ਼ਨ ਤੁਸੀਂ ਲਗਾਈ ਸੀ ਉਹਦਾ ਡਿਸੀਜਨ ਆ ਗਿਆ ਤੁਹਾਨੂੰ, ਉਹਦੇ 'ਚ ਕਿਹੜੀ ਡਾਕੂਮੈਂਟੇਸ਼ਨ ਸਬਮਿਟ ਹੋਈ ਸੀਗੀ ਉਹਦੀ ATIP ਹੁੰਦੀ ਹੈ ਐਪਲੀਕੇਸ਼ਨ। GCMC ਨੋਟ ਜਾਂ KEPS ਨੋਟ ਉਹ ਨੋਟਸ ਹੁੰਦੇ ਨੇ ਜਦੋਂ ਤੁਹਾਡਾ ਡਿਸੀਜਨ ਆ ਜਾਂਦਾ, ਜੇ ਫੋਰ ਐਗਜ਼ਾਮਪਲ ਮੋਸਟਲੀ ਰਿਫਿਊਜ਼ਲ ਕੇਸਿਸ ਦੇ ਵਿੱਚ ਉਹਦੇ ਰੀਜ਼ਨ ਜਾਣਨ ਲਈ ਇਨ ਡਿਟੇਲ ਅਸੀਂ ਉਹ ਅਪਲਾਈ ਕਰਦੇ ਹਾਂ। ਸੋ ਐਲੀਜੀਬਿਲਿਟੀ ਪਾਸ ਦਾ ਮਤਲਬ ਇਹ ਹੈ ਕਿ ਡਿਫਰੈਂਟ ਸੈਕਸ਼ਨਸ ਹੁੰਦੇ ਨੇ ਇੱਕ ਐਪਲੀਕੇਸ਼ਨ ਦੇ, ਉਹਦੇ ਵਿੱਚੋਂ ਕਿਹੜੀ ਐਲੀਜੀਬਿਲਿਟੀ ਤੁਸੀਂ ਪਾਸ ਕੀਤੀ ਹੈ ਉਹਦੇ ਬਾਰੇ ਨੋਟਿਸ ਹੁੰਦਾ, ਦੈਨ ਉਸਦੇ ਵਿੱਚ ਰੀਜ਼ਨ ਸੈਕਸ਼ਨਸ ਦੇ ਵਿੱਚ ਜਾ ਕੇ ਤੁਹਾਨੂੰ ਰੀਜ਼ਨ ਦਾ ਪਤਾ ਲੱਗਦਾ ਜੀ। ਟੈਕ TV4 ਇਟ ਇਜ਼ ਮੌਂਟਰੀਅਲ ਕਾਲਜ ਦਾ ਕੀ ਰੌਲਾ ਪਿਆ? ਸੋ ਬੇਸਿਕਲੀ ਤੁਸੀਂ ਲਾਈਵ ਦਾ ਸੈਸ਼ਨ ਜਿਹੜਾ ਜੀ ਪਹਿਲੋਂ ਸ਼ੁਰੂ ਤੋਂ ਚੈੱਕ ਕਰੋਗੇ, ਉਹ ਸਾਰਾ ਕੁਝ ਐਕਸਪਲੇਨ ਕੀਤਾ ਗਿਆ, ਜ਼ਿਆਦਾ ਜਿਹੜੀ ਹੈ ਜੀ ਉਹਦੀ ਉਹਦੀ ਜਿਹੜੀ ਨਿਊਜ਼ ਦੀ ਐਕਸਪਲੇਨੇਸ਼ਨ ਉਹ ਵੀਡੀਓਜ਼ ਦੇ ਵਿੱਚ ਹੋਰ ਦੇਵਾਂਗੇ ਜੀ। ਜੇ ਅੱਗੇ ਜ਼ਿਆਦਾ ਹੋ ਰਹੀ ਹੈ ਮੈਰਿਜ ਬੇਸਿਸ 'ਤੇ ਹੋ ਸਕਦਾ ਪਲੀਜ਼ ਦੱਸ ਦਿਓ, ਮਾਈ ਪੇਰੈਂਟਸ ਵਰੀ ਅਬਾਊਟ ਇਟ। ਹਾਂਜੀ ਮੇਰੀ ਮੈਰਿਜ ਯੂਜ਼ਰ 60193615, ਤੁਸੀਂ ਨਾਮ ਦੱਸੋ ਜੀ ਆਪਣਾ ਨਾਲੇ। ਪਲੱਸ ਜੀ ਮੈਰਿਜ ਆਪਸ਼ਨ ਤੁਹਾਨੂੰ ਸਦਾ ਲਈ ਰਹਿੰਦੀ ਤੁਹਾਡੇ ਕੋਲ ਹੁੰਦੀ ਹੈ ਰਾਈਟ, ਉਹਦਾ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ ਹੈ। ਕੋਈ ਬੈਨ ਵਗੈਰਾ ਨਾ ਲੱਗਾ ਹੋਵੇ, ਜੇ ਬੈਨ ਲੱਗਾ ਵੀ ਹੈ ਉਹਦੇ ਵੀ ਹੱਲ ਹੋ ਜਾਂਦੇ ਡਿਪੈਂਡਿੰਗ ਹੁਣ ਕਿਸ ਤਰ੍ਹਾਂ ਦਾ ਬੈਨ ਹੈ। ਸੋ ਮੌਂਟਰੀਅਲ ਕਾਲਜਸ ਬਾਰੇ ਪੁੱਛ ਰਹੇ ਮੋਸਟਲੀ, ਇਹਦੀ ਵੀਡੀਓ ਜਲਦੀ ਤੋਂ ਜਲਦੀ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਸ਼ਕਤੀਮਾਨ 1326 ਟੈਕ TV ਮੈਨੂੰ ਤਾਂ ਸੁਣਿਆ ਨਹੀਂ। ਸੋ ਸ਼ਕਤੀ ਭਾਜੀ ਵਿਜ਼ਿਟ ਵੀਜ਼ਾ ਓਪਨ ਹੋ ਗਿਆ ਇੰਡੀਆ ਤੋਂ। ਰਮਨ ਜੱਸੀ ਜੀ ਯੈਸ ਵਿਜ਼ਟਰ ਵੀਜ਼ਾ ਓਪਨ ਕਲੋਜ਼ ਕੁਛ ਨਹੀਂ ਹੁੰਦਾ, ਤੁਸੀਂ ਲੌਜਮੈਂਟ ਕਰ ਸਕਦੇ ਹੋ, ਸਿਰਫ ਡਿਲੇਜ਼ ਹੋ ਰਹੇ ਨੇ ਐਪਲੀਕੇਸ਼ਨ ਦੇ ਵਿੱਚ। ਇਹਦੇ ਵਿੱਚ ਮੇਰੀ PR ਯੂਜ਼ਰ 23052364 ਤੁਹਾਡਾ ਨਾਮ ਜੋ ਵੀ ਹੈਗਾ ਹੈ ਜੀ। ਸੋ ਇਟ ਡਿਪੈਂਡਸ ਔਨ ਤੁਸੀਂ ਇੰਡੀਆ ਤੋਂ ਕੀ ਕੀਤਾ, ਇਟ ਡਿਪੈਂਡਸ ਔਨ ਤੁਸੀਂ ਇੱਥੇ ਕੀ ਕੀਤਾ, ਉਹਦੀ ਸਾਰੀ ਫਾਈਲ ਐਨਾਲਿਸਿਸ ਲਈ ਤੁਸੀਂ ਸਾਨੂੰ ਕਾਲ ਕਰਕੇ ਆਪਣੇ PR ਦੇ ਆਪਸ਼ਨਸ ਜਾਣ ਸਕਦੇ ਹੋ। ਸੋ ਮੇਰਾ ਕੋਲ 10 ਮੰਥ ਤੋਂ ਪਲੇਸਮੈਂਟ ਕਿਹੜਾ ਕਾਲਜ ਜੀ ਤੁਹਾਡਾ? ਸੋ ਮੈਨੂੰ ਲੱਗਦਾ ਤੁਹਾਡਾ ਕਾਲਜ ਕੈਨੇਡਾ ਕਾਲਜ ਜਾਂ CDI ਕਾਲਜ ਹੋਵੇਗਾ। ਸੋ ਇਫ ਯੂ ਆਰ ਗੈਟਿੰਗ ਅ ਪ੍ਰੋਬਲਮ ਸੋ ਪਲੀਜ਼ ਮੈਂਸ਼ਨ ਦੈਟ। ਉਹਦਾ ਸਿਰਫ ਇਹੀ ਹੱਲ ਹੈ ਕਿ ਤੁਸੀਂ ਕਾਲਜ ਨਾਲ ਕੰਟੈਕਟ ਕਰਕੇ ਉਹਨਾਂ ਨਾਲ ਟਾਈਮ ਟੂ ਟਾਈਮ ਉਹਦੀ ਜਾਣਕਾਰੀ ਲੈ ਸਕਦੇ ਹੋ, ਅਦਰਵਾਈਜ਼ ਗੈਪ ਜ਼ਿਆਦਾ ਨਾ ਪਾਓ, ਉਹ ਵਰਕ ਪਰਮਿਟ 'ਚ ਪ੍ਰੋਬਲਮ ਦੇ ਸਕਦਾ। ਗੈਵੀ ਸਿੱਧੂ ਸਰ ਜੀ ਇਟਸ 2896087408। Yeah, people know I'm related. I get in PCW. Can I apply for now without ECA? Applying.
ਜੇ ਤੁਸੀਂ 3 ਸਮੈਸਟਰਸ ਅਪਲਾਈ ਕੀਤੇ ਮੋਸਟਲੀ ਡਿਗਰੀਜ਼ ਹੁੰਦੀਆਂ ਯੂਨੀਵਰਸਿਟੀ ਦੇ ਵਿੱਚ, ਜਿਹਦੇ ਤੁਹਾਡੇ 6 ਸਮੈਸਟਰ ਹੈ ਫਿਰ ਤੁਸੀਂ ਕਰ ਸਕਦੇ ਹੋ। ਤੁਸੀਂ 4 ਸਮੈਸਟਰ ਵਾਲੇ ਵੀ ਕਰ ਸਕਦੇ, ਪਰ ਉਹਦੇ ਵਿੱਚ ਜਿਹੜੇ ਚਾਂਸਿਸ ਆ ਜੀ ਵੀਜ਼ਾ ਦੇ ਉਹ ਘੱਟ ਹੋ ਜਾਂਦੇ ਆ। ਠੀਕ ਹੈ, ਨੈਕਸਟ ਥਿੰਗ ਜੀ ਵਿਨੀਪੈਗ 'ਚ MP ਹੋਣ ਤੋਂ ਫੈਡਰਲੀ ਕਿੰਨਾ 21 ਮੰਥ ਜੀ, ਜੇ ਤੁਹਾਡੀ ਵਿਦਾਊਟ ਐਕਸਪ੍ਰੈਸ ਐਂਟਰੀ ਵਾਲੀ ਕੈਟੇਗਰੀ ਹੈ ਜੀ। ਜੇ ਤੁਸੀਂ ਬਰਾਊਨ ਬੋਏ, ਜੇ ਤੁਸੀਂ ਰਫਲੀ ਅਬਾਊਟ ਐਕਸਪ੍ਰੈਸ ਐਂਟਰੀ 'ਚ ਕਰਨੀ ਹੈ ਆਪਣੀ ਫਾਈਲਿੰਗ CC ਦੀ, ਉਹਦੇ ਵਾਸਤੇ ਵੇਜ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਬਟ ਜੇ ਤੁਸੀਂ PNP ਲਗਾਉਣੀ ਆ, ਉਹਦੀ ਹਰ ਆਕੂਪੇਸ਼ਨ ਦੇ ਹਿਸਾਬ ਦੇ ਨਾਲ ਵੇਜ ਰਿਕੁਆਇਰਮੈਂਟ ਹੁੰਦੀ ਹੈ PNP ਦੇ ਲਈ। ਟੈਕ TV 486 ਜੀ, ਇਹਦੇ ਵਿੱਚ ਰੌਲਾ ਇਹੀ ਪਿਆ, ਮੈਂ ਸ਼ਾਰਟ ਦੇ ਵਿੱਚ ਦੱਸ ਦਿੰਦਾ ਕਿ ਕੁਛ ਕੁ ਕਾਲਜਿਸ ਨੇ, ਜਿੱਦਾਂ ਮੈਟ੍ਰਿਕਸ ਕਾਲਜ, ਐਵੀਰੋਨ ਕਾਲਜ, SN ਕਾਲਜ, CJAP ਡਿਗੈਸਪੀ, M ਕਾਲਜ ਆਫ ਕੈਨੇਡਾ ਐਂਡ CD ਕਾਲਜ, ਇਹਨਾਂ 'ਤੇ ਜਿਨ੍ਹਾਂ ਨੇ ਫਾਈਲਸ CAQ ਦੀਆਂ ਲਾਈਆਂ ਸੀਗੀਆਂ ਐਡਮਿਸ਼ਨ ਲੈਟਰਸ ਲੈ ਕੇ ਇਹਨਾਂ ਕਾਲਜਸ ਕੋਲੋਂ, ਤਾਂ ਉਹਨਾਂ ਦੀਆਂ ਟੈਂਪਰੇਰੀ ਸਸਪੈਂਸ਼ਨ ਲੱਗ ਗਈ ਉਹਨਾਂ ਦੇ CAQs ਤੇ, ਕਿਉਂਕਿ ਇਹਨਾਂ ਦੀ ਕੰਪਲਾਇੰਸ ਦੀ ਚੈਕਿੰਗ ਹੋ ਰਹੀ ਆ। ਸੋ ਇਹ ਇਸ਼ੂ ਪਿਆ ਆ ਉਹਨਾਂ ਦਾ। ਸੋ ਬੇਸਿਕਲੀ ਤੁਸੀਂ ਸਾਰੀ ਜਿਹੜੀ ਨਿਊਜ਼ ਆ ਇਹ en24news.com 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਜਾਂ ਤੁਸੀਂ ਗੂਗਲ ਕਰੋ, ਮੈਂ ਤੁਹਾਨੂੰ ਦੱਸ ਦਿੰਦਾ। ਗੂਗਲ ਕਰੋਗੇ CAQ ਸਸਪੈਂਸ਼ਨ ਆਫ ਕਾਲਜਸ ਇਨ ਮੌਂਟਰੀਅਲ, ਤਾਂ ਫਸਟ ਲਿੰਕ ਹੀ ਮਿਲ ਜਾਏਗਾ ਤੁਹਾਨੂੰ, ਕਿਊਬੈਕ ਲਾਂਚਿਸ ਸਰਵੇਜ਼ ਔਨ ਦ ਪ੍ਰਾਈਵੇਟ ਕਾਲਜ ਨੈਟਵਰਕ, ਉਹਦੇ ਵਿੱਚ ਇਹ ਕਾਲਜਸ ਆ ਰਹੇ ਨੇ ਜੀ। ਜਿੱਦਾਂ ਮੈਂ ਫਾਈਨਲ ਗ੍ਰੇਡਸ ਤੱਕ ਪਾਰਟ ਟਾਈਮ ਕੰਮ ਕਰ ਸਕਦੀ, ਹਾਂਜੀ ਫਾਈਨਲ ਗ੍ਰੇਡਸ ਤੱਕ ਬਲਵਿੰਦਰ ਬਾੜ ਜੀ ਤੁਸੀਂ ਕਰ ਸਕਦੇ ਹੋ ਕੰਮ। ਅਮਨ ਮੈਵਰਿਕ NOC ਕੋਟੀਫੋਰ ਨੋਵਾ ਸਕੋਸ਼ੀਆ PNP, ਹਾਂਜੀ NOC ਦੀ ਕੈਟੇਗਰੀ ਵੀ ਐਲੀਜੀਬਲ ਹੁੰਦੀ ਨੋਵਾ ਸਕੋਸ਼ੀਆ ਦੀ PNP ਦੇ ਲਈ, ਸੋ ਤੁਸੀਂ ਉਹ ਵੀ ਕਰ ਸਕਦੇ ਹੋ। ਟੈਕ TV ਜੀ ਸ਼ਾਰਟ ਜੀ ਤੁਹਾਨੂੰ ਜਿਹੜੀ ਆ ਉਹ ਦੱਸ ਦਿੱਤੀ ਹੈ, ਬਾਕੀ ਲੈਬੋਰੇਟ ਅਸੀਂ ਕਰਾਂਗੇ, ਨੈਕਸਟ ਵੀਡੀਓਜ਼ ਬਣਵਾ ਰਹੇ ਹਾਂ ਅਸੀਂ। 20 ਆਵਰਸ ਪਰ ਵੀਕ ਸਰਚ ਜਿਹੜਾ ਜੀ NOC ਜੋਬ ਮੈਟ੍ਰਿਕਸ ਜਿਹੜਾ ਇਹ ਮੈਨੂੰ ਪੁੱਛ ਰਹੇ ਨੇ ਕਿ ਜਿਹੜਾ ਹੈਗਾ ਤੁਹਾਡਾ ਪੇਂਟਰ ਦੀ ਜੋਬ ਜਿਹੜੀ ਜੀ, ਸੋ ਪੇਂਟਰ ਦੀ ਜੋਬ ਦਾ ਕੋਡ ਜਿਹੜਾ ਹੁੰਦਾ ਹੈ ਜੀ ਉਹ ਹੈਗਾ 7212, ਸੋ ਬੇਸਿਕਲੀ 7294, ਸੋ ਬੇਸਿਕਲੀ ਇਟਸ NOC B ਹੈ। ਸੋ ਆਈ ਥਿੰਕ ਯੂ ਗॉट ਯੂਰ ਆਨਸਰ। ਸਕਿੱਲ PNP 'ਚ ਕਿੰਨੇ ਦਿਨ 'ਚ ਅਪਰੂਵ ਹੋ ਜਾਂਦੀ ਹੈ ਜੀ? ਸੋ ਤੁਸੀਂ ONP ਦੀ ਵੈਬਸਾਈਟ 'ਤੇ ਜਾਓ, ਮੋਸਟ ਆਫ ਦੀ PNPs ਜਿਹੜੀ ਹੈ ਜੀ ਉਹ 90 ਤੋਂ 120 ਦਿਨਾਂ ਦੇ ਵਿੱਚ ਅਪਰੂਵ ਹੋ ਜਾਂਦੀ ਹੈ। ਟਰੱਕ ਦੀ PN ਓਪਨ ਆਈ ਹੈਵ ਆਲਰੇਡੀ ਆਨਸਰ। ਟਰੱਕ ਦੀ PNP ਜਿਹੜੀ ਇਨ ਡਿਮਾਂਡ ਸਕਿੱਲਸ ਵਾਲੀ ਕਿੰਨੀ ਦੇਰ 'ਤੇ ਓਪਨ ਹੋਏਗੀ? ਸੋ ਡੂ ਆਈ ਨੀਡ 1 year of skill before applying for ONP? No ਜੀ, ਜੋ 25998। ਸੋ ਵੈਰੀ ਇੰਪੋਰਟੈਂਟ ਕੁਐਸਚਨ, ਵੈਰੀ ਗੁੱਡ ਕੁਐਸਚਨ। ONP ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਲਈ ਤੁਹਾਨੂੰ ਜੋਬ ਆਫਰ ਚਾਹੀਦੀ, ਨਾ ਕਿ ਜੋਬ ਐਕਸਪੀਰੀਅੰਸ। ਜੋਬ ਆਫਰ ਜਿਹੜੀ ਆ 1 ਸਾਲ ਦੀ ਹੋਣੀ ਚਾਹੀਦੀ, ਬਟ ਉਹਦੇ 'ਤੇ ਕੋਈ ਐਂਡ ਡੇਟ ਨਹੀਂ ਹੋਣੀ ਚਾਹੀਦੀ। ਸੋ ਤੁਸੀਂ ਇਸ ਬਾਰੇ ਵੀ ਸਾਡੀਆਂ ਪ੍ਰੀਵੀਅਸਲੀ TikTok ਦੀਆਂ ਵੀਡੀਓਜ਼ ਚੈੱਕ ਕਰੋ, ਸਾਰੀਆਂ ਪ੍ਰੋਪਰ ਐਲੀਜੀਬਿਲਿਟੀ ਰਿਕੁਆਇਰਮੈਂਟਸ ਦੱਸੀਆਂ ਹੋਈਆਂ ਇਹਦੇ ਵਿੱਚ। ਮੈਂ 1 ਸਮੈਸਟਰ ਦੀ ਸਸਪੈਂਸ਼ਨ ਸੀ ਨਾ, ਉਸ ਟਾਈਮ ਕੰਮ ਕੀਤਾ PG ਰਾਜੂ ਦਾ ਮਦਰ 6 ਸੀ ਪਹਿਲੇ। ਨਵਿਨ ਕੋਸਲਾ ਜੀ, ਸੋ ਬੇਸਿਕਲੀ ਬ੍ਰਦਰ ਤੁਸੀਂ ਜੇ 2020 ਦੇ ਵਿੱਚ ਤੁਹਾਨੂੰ ਤੁਸੀਂ ਇਸ ਤਰ੍ਹਾਂ ਹੈਗੇ ਸੀਗੇ, ਸਸਪੈਂਸ਼ਨ ਲੱਗੀ ਸੀਗੀ, ਤਾਂ ਉਹ ਇੱਕ ਵਾਰੀ ਤੁਸੀਂ ਚੈੱਕ ਕਰਵਾ ਲਿਓ, ਅਸੀਂ ਐਕਸਪਲੇਨੇਸ਼ਨ ਪ੍ਰੋਪਰਲੀ ਦੇ ਸਕਦੇ ਹਾਂ। ਬਟ ਜੇ ਪਿੱਛੇ ਸੀਗਾ ਉਹ ਦੇਖਣਾ ਪਏਗਾ ਕਦੋਂ ਕਿਹੜੇ ਜਿਹੜੇ ਸਮੈਸਟਰ ਸੀਗੇ ਤੁਹਾਡੇ ਇਹ ਵਾਲੇ ਆਪਣਾ ਸਸਪੈਂਸ਼ਨ ਲੱਗੀ ਸੀਗੀ। ਜੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਅਸੀਂ ਇਹੋ ਕਰਦੇ ਹੁੰਦੇ ਹਾਂ ਕਿ ਤੁਹਾਡਾ PG ਵਰਕ ਪਰਮਿਟ ਤੁਹਾਡੇ ਹੱਥ ਤੱਕ ਆ ਜਾਏ, ਕਿਉਂਕਿ ਬਹੁਤ ਮਿਹਨਤ ਕੀਤੀ ਹੁੰਦੀ, ਬਹੁਤ ਫੀਸਾਂ ਭਰੀਆਂ ਹੁੰਦੀਆਂ, ਕਈ ਵਾਰੀ ਥੋੜ੍ਹੀਆਂ ਜਿਹੀਆਂ ਐਸੀਆਂ ਕਮੀਆਂ ਕਾਰਨ ਰਜਿਸਟ੍ਰੇਸ਼ਨ ਨਾ ਹੋਣ ਕਰਕੇ ਜਾਂ ਕੋਈ ਕੋਰਸ ਫੇਲ ਹੋਣ ਕਰਕੇ, ਕਿਉਂਕਿ ਬਹੁਤ ਜ਼ਿਆਦਾ ਕੰਮ ਦਾ ਜਿਹੜਾ ਭਾਰ ਹੁੰਦਾ ਸਿਰ 'ਤੇ, ਬਹੁਤ ਜ਼ਿਆਦਾ ਸਟੱਡੀਜ਼ ਦਾ ਭਾਰ ਹੁੰਦਾ। ਸੋ ਬੇਸਿਕਲੀ ਕਈ ਵਾਰੀ ਹੋ ਜਾਂਦਾ, ਬਟ ਸਟਿਲ ਵੀ ਟਰਾਈ ਓਵਰ ਲੈਵਲ ਬੈਸਟ ਕਿ ਤੁਹਾਨੂੰ ਵਰਕ ਪਰਮਿਟ ਲੈ ਕੇ ਦਿੱਤਾ ਜਾਵੇ। ਸੋ ਜੇ ਕੰਡੀਸ਼ਨ ਹੋਏਗੀ ਤਾਂ ਅਸੀਂ ਲੈ ਕੇ ਦੇ ਸਕਦੇ ਹਾਂ, ਅਪਲਾਈ ਕਰ ਸਕਦੇ ਹਾਂ। ਬਾਕੀ ਜੇ ਤੁਸੀਂ ਖੁਦ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ 2020 ਦੇ ਵਿੱਚ ਐਕਸਪਲੇਨੇਸ਼ਨ ਬੈਟਰ ਲਾ ਕੇ ਤੁਸੀਂ ਕਰ ਸਕਦੇ ਹੋ। ਟੈਕ TV ਵਰਕ ਪਰਮਿਟ, ਹਾਂਜੀ ਵਰਕ ਪਰਮਿਟ ਆਏਗਾ ਜੇ ਤੁਸੀਂ ਕੰਟੀਨਿਊ ਨੋਡ ਹੋ। ਸੇਮ ਮਿਸ਼ੇਲ ਕਾਲਜ ਇਨ ਮੌਂਟਰੀਅਲ ਦੇ ਵਿੱਚ ਸਟੱਡੀ ਤੋਂ ਬਾਅਦ ਰਿਮਲ ਕਰਨ ਬੱਟੀ ਜੀ, ਸੇਮ ਮਿਸ਼ੇਲ ਦੇ ਵਿੱਚ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ, ਬਟ ਇਹ ਥੋੜ੍ਹਾ ਜਿਹਾ ਨਵਾਂ ਕਾਲਜ ਹੈ, ਐਡਮਿਸ਼ਨ ਇੱਥੇ
ਨਵੀਆਂ ਲੋਕਾਂ ਨੂੰ ਮਿਲ ਰਹੀਆਂ ਨੇ। ਸੋ ਬੇਸਿਕਲੀ 6ਵੇਂ ਛੇਲ ਦੇ ਵਿੱਚ ਵਰਕ ਪਰਮਿਟ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਇਟਸ ਬੀਨ 2 years from marriage, I want to apply spouse, is there any issues? ਨਹੀਂ ਜੀ, ਕੋਈ ਇਸ਼ੂ ਤਾਂ ਨਹੀਂ ਹੁੰਦਾ। ਸੋ ਬੇਸਿਕਲੀ ਤੁਹਾਡੇ ਸਾਰੇ ਐਸਪੈਕਟਸ, ਸਾਰੀ ਐਲੀਜੀਬਿਲਿਟੀ ਤੁਸੀਂ ਮੀਟ ਕਰਦੇ ਹੋ ਜੇ ਤੁਸੀਂ ਲਾ ਸਕਦੇ ਹੋ। ਜੋਬ ਤੋਂ ਫਾਈਲ ਸਰ TR ਵਿੱਚ ਕਿੰਨਾ ਟਾਈਮ ਲੱਗਦਾ? ਸੋ ਗੁਰਮਨ ਜੋਸਨ ਜੀ, ਅੱਜ ਕੱਲ੍ਹ ਦੀ ਡੇਟ ਦੇ ਵਿੱਚ 1 to 2 months ਲੱਗ ਰਹੇ ਨੇ TR ਦੀ ਐਪਲੀਕੇਸ਼ਨ ਕਰਨ 'ਚ, ਪਾਸਪੋਰਟ ਸਬਮਿਟ ਕਰਨ ਤੋਂ ਬਾਅਦ ਪਾਸਪੋਰਟ ਰਿਸੀਵ ਕਰਨ ਤੱਕ ਦੇ ਲਈ। ਸੋ ਬੇਸਿਕਲੀ 1 ਤੋਂ 2 ਮਹੀਨੇ ਦਾ ਪ੍ਰੋਸੈਸ ਹੁੰਦਾ, ਜ਼ਿਆਦਾ ਵੀ ਟਾਈਮ ਲੱਗ ਸਕਦਾ ਡਿਪੈਂਡਿੰਗ ਔਨ ਕਈ ਵਾਰੀ ਐਪਲੀਕੇਸ਼ਨ ਦੇ ਵਿੱਚ ਕੋਈ ਗਲਤੀ ਕਾਰਨ ਕਰਕੇ। ਸੋ 1 ਤੋਂ 2 ਮਹੀਨੇ ਐਵਰੇਜ ਟਾਈਮ ਲੈ ਕੇ ਚੱਲੋ ਤੁਸੀਂ। 6511 ਕੈਸ਼ ਨਹੀਂ ਜੀ, B ਲੈਵਲ ਨਹੀਂ ਹੈਗਾ। ਸੋ 6511 ਜਿਹੜਾ ਹੋਗਾ ਲੈਵਲ C ਹੈ ਜੀ। ਜਿਹੜਾ ਤੁਸੀਂ ਪੁੱਛਿਆ ਪਲਵਿੰਦਰ ਬਾਠ ਜੀ, 6511 ਕੈਸ਼ੀਅਰ ਜੋਬ ਲੈਵਲ C ਦੇ ਵਿੱਚ ਆਉਂਦੀ ਹੈ, C ਆਉਂਦਾ ਉਹਦਾ। ਗੁਰਪ੍ਰੀਤ ਢਿੱਲੋਂ, ਮੈਨੀਟੋਬਾ ਦੇ ਰੂਲ ਚੇਂਜ ਤੇ ਨਹੀਂ ਹੋਣਗੇ ਪਲੀਜ਼। ਗੁਰਪ੍ਰੀਤ ਜੀ, ਇਹਦੇ ਬਾਰੇ ਅਸੀਂ ਨਹੀਂ ਕੁਝ ਕਹਿ ਸਕਦੇ। ਸੋ ਇਟਸ ਨਾਟ ਪ੍ਰੈਡਿਕਟੇਬਲ। ਸੋ ਬੇਸਿਕਲੀ ਕਿਸੇ ਦਾ ਵੀ ਕਿਸੇ ਵੀ ਰੂਲ, ਕੋਈ ਵੀ ਰੂਲ ਕਿਸੇ ਵੀ ਟਾਈਮ ਚੇਂਜ ਹੋ ਸਕਦਾ ਕੈਨੇਡਾ ਇਮੀਗ੍ਰੇਸ਼ਨ ਦਾ। ਸੋ ਸ਼ਕਤੀਮਾਨ 1326 ਜੀ, ਜੇ ਤੁਸੀਂ ਕੁਛ ਪ੍ਰੋਵਿੰਸ਼ੀਅਲ ਨੋਮਿੰਗ ਪ੍ਰੋਗਰਾਮਸ ਹੈਗੇ ਨੇ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜੇ ਤੁਸੀਂ ਨਿਊ ਬਰੰਸਵਿਕ ਦੀ ਲਾਉਣੀ ਹੈ ਫਿਰ ਉਹਦੇ ਵਿੱਚ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ। ਬਾਕੀ ਕਾਫੀ ਸਾਰੀਆਂ PNPs ਹੈਗੀਆਂ ਜਿਸ ਦੇ ਵਿੱਚ ਕੋਈ ਵੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਵੈਸਟ ਕਰਾਉਣ ਦੀ। ਭਾਜੀ ਮੈਂ ਟਰੱਕ ਡਰਾਈਵਰ ਹਾਂ, ਮੈਂ ਫੈਮਿਲੀ ਦਾ ਵੀਜ਼ਾ ਅਪਲਾਈ ਕਰਨਾ। ਰਮਨ ਜੱਸੀ ਜੀ, ਯੈਸ ਤੁਸੀਂ ਕਰ ਸਕਦੇ ਹੋ, ਬਟ ਬਾਇਓਮੈਟ੍ਰਿਕਸ ਉੱਥੇ ਥੋੜ੍ਹਾ ਜਿਹੀ ਪ੍ਰੋਬਲਮ ਆ ਰਹੀ, ਉਹਦੇ ਕਰਕੇ ਡਿਲੇ ਹੋ ਸਕਦਾ ਪ੍ਰੋਸੈਸ। ਵੀਰ ਜੀ ਮੈਰਿਜ ਬੇਸ 'ਤੇ ਕਿੱਦਾਂ PR ਹੋ ਸਕਦੀ ਜੇ ਅੱਗੇ ਜ਼ਿਆਦਾ ਹੋ ਰਹੀ ਹੈ ਮੈਸੇਜ ਔਨ ਵਰਕ ਇੰਟਰਵਿਊ? ਸੋ ਉਹਦੇ ਵਿੱਚ ਸਪਾਊਸਲ ਸਪੋਂਸਰਸ਼ਿਪ ਇਨਸਾਈਡ ਕੈਨੇਡਾ ਲੱਗਦੀ ਹੈ ਜੀ। ਉਹਦੇ ਵਿੱਚ ਜਿਹੜੇ ਪੁੱਛ ਰਹੇ ਹੋ ਕਿ ਇਹ ਜ਼ਿਆਦਾ ਹੋਣ ਕਰਕੇ ਸਿਰਫ ਮੈਰਿਜ ਦੇ ਪ੍ਰੂਫਸ ਹੋਣੇ ਚਾਹੀਦੇ, ਸਪਾਊਸਲ ਸਪੋਂਸਰਸ਼ਿਪ ਲੱਗ ਜਾਂਦੀ ਹੈ ਜੀ, ਉਹ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ। ਸੋ ਡੇ ਕੇਅਰ ਐਜੂਕੇਟਰ ਕਮਸ ਅੰਡਰ ਵਿਚ ਕੈਟੇਗਰੀ? ਸੋ ਜਿਹੜੀ EC ਅਰਲੀ ਚਾਈਲਡਹੁੱਡ ਐਜੂਕੇਟਰਸ ਆ ਮੋਸਟਲੀ ਉਹ NOC B 'ਚ ਆਉਂਦੀ ਹੈ ਜੀ। ਡੈਡ ਇਜ਼ ਲਿਟਲ ਗਰਲ ਦਾ ਇੱਥੇ ਜਿਹੜਾ ਕੁਐਸਚਨ ਸੀਗਾ। ਕੌਰ S2 ਇਟਸ ਬੀਨ 2 years from I want to apply spouse। ਨਹੀਂ ਕੋਈ ਸਰ ਫਲਾਈਟਸ ਬੰਦ ਹੋਣਗੀਆਂ? ਹਾਂਜੀ, ਐਜ਼ ਪਰ ਆਪਾਂ ਸਿਚੁਏਸ਼ਨ ਦੇਖੀਏ ਦਿੱਲੀ ਦੀ ਜਾਂ ਅੰਮ੍ਰਿਤਸਰ ਦੀ, ਬਹੁਤ ਚਾਂਸਿਸ ਹੈ ਕਿ ਕੁਛ ਨਾ ਕੁਛ ਇਫੈਕਟ ਹੋਏਗਾ ਜ਼ਰੂਰ, ਬਟ ਪਰਟੀਕੂਲਰਲੀ ਪਤਾ ਨਹੀਂ ਹੈ ਜੀ। ਨੇਮਿਨ ਕੋਸਲਾ ਜੀ, ਜੈਨ 2020 ਸਮੈਸਟਰ 'ਚ ਲੱਗੀ ਸੀ ਸਸਪੈਂਸ਼ਨ। ਨੇਮਿਨ ਕੋਸਲਾ ਜੀ, ਪਲੀਜ਼ ਕਾਲ ਅਸ 2896087408 from 10 AM to 5 PM in the evening। ਸੋ ਕਾਲ ਕਰੋ, ਸ਼ਾਇਦ ਅਸੀਂ ਕੁਝ ਕਰ ਸਕਦੇ ਹਾਂ ਇਸ ਦੇ ਵਿੱਚ। ਤੁਸੀਂ ਕਾਲ ਕਰਿਓ, ਆਪਣੀਆਂ ਟ੍ਰਾਂਸਕ੍ਰਿਪਟਸ ਵਗੈਰਾ ਰੈਡੀ ਰੱਖਿਓ। ਸੋ ਵਿਲ ਸੀ ਦੈਟ ਐਂਡ ਲੈਟ ਯੂ ਨੋ। ਕੈਨੇਡਾ ਕਾਲਜ ਮੌਂਟਰੀਅਲ ਕਾਲਜ, ਨਵੀ ਅਰੋੜਾ ਜੀ, ਨਵੀ ਅਰੋੜਾ 42। ਯੈਸ, ਕੈਨੇਡਾ ਕਾਲਜ ਇਜ਼ ਜਿਹੜਾ ਹੈਗਾ ਜੀ ਇਜ਼ ਵਨ ਆਫ ਦੋਜ਼ ਕਾਲਜ ਜਿੱਥੇ ਬਹੁਤ ਜ਼ਿਆਦਾ ਇਨਰੋਲਮੈਂਟ ਹੋਈ ਆ। ਔਲਰੇਡੀ ਵਰਕ ਪਰਮਿਟ ਬੜਿਆਂ ਦੇ ਆ ਚੁੱਕੇ ਆ ਅਤੇ ਇਹ ਐਲੀਜੀਬਲ ਹੈਗਾ ਅਤੇ ਡੈਫੀਨੇਟਲੀ ਬਹੁਤ ਵਧੀਆ ਕਾਲਜ ਹੈ ਜੀ। ਕੀ ਚਾਂਸਿਸ ਨੇ? ਪ੍ਰਿੰਸ ਐਡਵਰਡ ਦੇ ਵਿੱਚ ਟੈਕ TV ਫੋਰਟ ਕਾਫੀ ਵਧੀਆ ਚਾਂਸਿਸ ਹੈਗੇ ਨੇ। ਕਿਹੜੀ ਕੈਟੇਗਰੀ ਦੇ ਵਿੱਚ ਅਪਲਾਈ ਕਰਨਾ ਉਹ ਮੈਟਰ ਕਰਦੀ ਹੈ ਜੀ। 9 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਮੋਸਟਲੀ ਕੈਟੇਗਰੀ ਦੇ ਵਿੱਚ। ਬਾਅਦ ਦੇ ਵਿੱਚ PNP ਲਗਾ ਕੇ ਤੁਸੀਂ PR ਲੈ ਸਕਦੇ ਹੋ। ਸ਼ਿਫਟ ਮੈਂ ਜੋ ਕੀਤਾ ਸ਼ਰਮਾ ਜੀ, ਸ਼ਿਫਟ ਮੈਨੇਜਰ ਦੀ ਜੋਬ ਲੈਵਲ ਹੈਗੀ NOC B ਦੀ ਜੀ। 4214 ਯੈਸ ਹੈਗੀ ਹੈ ਜੀ, ਨੌਕ ਲੈਵਲ B ਦੀ ਜੋਬ ਹੈ। ਨੋ ਆਈ ਡੋਂਟ ਸਜੈਸਟ ਐਨੀਵਨ, ਨਾਟ ਈਵਨ ਸਟੂਡੈਂਟ, ਕਿਸੇ ਨੂੰ ਵੀ ਇਸ ਟਾਈਮ 'ਤੇ ਇੰਡੀਆ ਹਾਲ ਦੀ ਘੜੀ ਡਿਊ ਟੂ ਦੀ ਪੈਂਡੇਮਿਕ ਆਫ ਕਰੋਨਾ ਵਾਇਰਸ ਨਹੀਂ ਜਾਣਾ ਚਾਹੀਦਾ। ਕੋਈ ਸਟਕ ਹੋ ਗਿਆ, ਸਪੈਸ਼ਲੀ ਜਿਹੜੇ ਸਟੱਡੀ ਵੀਜ਼ਾ 'ਤੇ ਆ ਉਹਨਾਂ ਨੂੰ, ਪਲੱਸ ਬੜੇ ਸਾਰੇ ਬੱਚੇ ਆ ਜੀ ਜਿਹੜੇ 6-6, 8-8 ਮਹੀਨੇ ਖਰਾਬ ਕਰਕੇ ਆਏ, ਉਹਨਾਂ ਦੀਆਂ PR ਹੋ ਸਕਦੀ ਸੀਗੀ, ਬੜਾ ਕੁਝ ਹੋ ਸਕਦਾ ਸੀਗਾ, ਬਟ ਪੈਂਡੇਮਿਕ ਕਰਕੇ ਉਹ ਵਿਚਾਰੇ ਸਟਕ ਹੋ ਗਏ। ਬਟ ਹੁਣ ਜਿਸ ਤਰ੍ਹਾਂ ਸਾਨੂੰ ਪਤਾ ਕਿ ਪੈਂਡੇਮਿਕ ਆਲਰੇਡੀ ਸਾਰੀ ਸਿਚੁਏਸ਼ਨ ਦਾ ਪਤਾ, ਤਾਂ ਬਹੁਤ ਘੱਟ ਚਾਂਸਿਸ ਲੈਣੇ ਚਾਹੀਦੇ। ਜੇ ਬਿਨਾਂ ਗਿਆ ਸਰ ਸਕਦਾ ਤੁਹਾਡਾ, ਡੋਂਟ ਗੋ ਇਨ ਇੰਡੀਆ। ਪ੍ਰੀਤ ਸੰਧੂ PB06 ਜੀ, ਵੈਸੇ ਤਾਂ ਓਨਟਾਰੀਓ ਜੇ ਓਪਨ ਹੁੰਦੀ ਤਾਂ ਓਨਟਾਰੀਓ ਵਾਲੀ ਬੜੀ ਵਧੀਆ ਵਾ PNP, ਐਂਡ ਨੋਵਾ ਸਕੋਸ਼ੀਆ ਦੀ ਵੀ ਬੈਟਰ ਹੈ, ਉਹ ਓਪਨ ਹੈ ਅਜੇ ਤੱਕ। ਸੋ ਬੇਸਿਕਲੀ ਜਿੱਥੇ ਵੀ ਤੁਹਾਡੀ PNP ਹੈ ਜੀ ਉਹ ਬੈਟਰ ਹੀ ਹੁੰਦੀ ਹੈ ਜੀ। ਗੈਵੀ ਸਿੱਧੂ ਸਰੀ ਜੀ, ਸਾਡਾ ਆਫਿਸ ਮਿਸੀਸਾਗਾ ਦੇ ਵਿੱਚ ਲੋਕੇਟਡ ਹੈ ਜੀ। ਭਵਿੰਦਰ ਬਾਰਲਾ
यूज़र जिन्होंने पूछा सर डू यू रिकमेंड स्टूडेंट्स गोइंग इंडिया, स्टूडेंट्स स्टडी परमिट एक्सपायर्स इन जुलाई? नो, आई डोंट रिकमेंड एनीवन टू गो इंडिया इफ़ इट्स नॉट मैंडेटरी और इट्स नॉट दैट कंपलसरी, और जे ज़्यादा ज़रूरत नहीं है तो ना जाओ प्लीज़। प्रभ गुरपाल जी स्टडी दिसंबर से हो रही है, सो वेट फॉर योर वर्क परमिट, अप्लाई फॉर योर वर्क परमिट एंड देन अप्लाई फॉर स्पाउसल ओपन वर्क परमिट। सो दैट्स प्रीटी मच इट जी। होर ਜਿਹੜੇ ਕੁਐਸਚਨਸ ਰਹਿ ਗਏ ਆ ਉਹ ਨੈਕਸਟ ਲਾਈਵ ਸੈਸ਼ਨ ਹੋਏਗਾ ਸਾਡਾ, ਹੋਪਫੁਲੀ ਥੋੜੇ ਦਿਨਾਂ ਤੱਕ ਫਿਰ ਲਾਈਵ ਸੈਸ਼ਨ ਕਰਾਂਗੇ ਜੀ, ਉਹਦੇ ਲਈ ਕੁਐਸਚਨਸ ਰੈਡੀ ਰੱਖਿਓ। ਸੋ ਥੈਂਕ ਯੂ ਆਲ ਆਫ ਯੂ ਗਾਇਜ਼ ਜਿਨ੍ਹਾਂ ਨੇ ਕੁਐਸਚਨ ਪੁੱਛੇ, ਐਂਡ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਪਲੀਜ਼ ਆਈ ਅਪੋਲੋਜਾਈਜ਼। ਸੋ ਬੇਸਿਕਲੀ ਕੋਈ ਗਲਤੀ ਕੋਈ ਕੁਐਸਚਨ ਦੇ ਵਿੱਚ ਤੁਹਾਡਾ ਨਹੀਂ ਆਨਸਰ ਕਰ ਸਕੇ ਅਸੀਂ, ਤਾਂ ਪਲੀਜ਼ ਉਹ ਕੁਐਸਚਨਸ ਹੈਗੇ ਬਹੁਤ ਜ਼ਿਆਦਾ ਸੀਗੇ, ਸੋ ਆਈ ਟਰਾਈਡ ਕਿ ਜਨਰਲ ਜਿੰਨੇ ਕੁਐਸਚਨ ਜਲਦੀ ਤੋਂ ਜਲਦੀ ਆਨਸਰ ਕੀਤੇ ਜਾਣ। ਕੋਈ ਹੋਰ ਤੁਹਾਨੂੰ ਜਿਹੜਾ ਹੈਗਾ ਜੀ ਕੁਐਸਚਨ ਦੇ ਆਨਸਰ ਚਾਹੀਦੇ ਆ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਤੇ ਜਾ ਕੇ ਮੈਸੇਜਿਸ ਕਰੋ ਜੋ ਵੀ ਕੁਐਸਚਨ ਤੁਹਾਡਾ, ਜਾਂ YouTube ਚੈਨਲ ਜੋਬਨ ਗਿੱਲ ਜਾ ਕੇ ਤੁਸੀਂ ਸਬਸਕ੍ਰਾਈਬ ਕਰੋ, ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਕੁਐਸਚਨਸ ਛੱਡੋ ਤਾਂ ਕਿ ਅਸੀਂ ਤੁਹਾਡੇ ਕੁਐਸਚਨ ਜਿਹੜੇ ਆਨਸਰ ਕਰ ਸਕੀਏ। ਜਿੱਥੇ ਵੀ ਸਾਨੂੰ ਕੁਐਸਚਨਸ ਮਿਲਦੇ ਨੇ, ਜੇ ਸਾਡੇ ਕੋਲ ਟਾਈਮ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਮੈਂ ਦੇ ਸਕਦਾ, ਆਈ ਟਰਾਈ ਟੂ ਗਿਵ ਆਨਸਰਸ ਟੂ ਆਲ ਮਾਈ ਫੈਲੋ ਫੋਲੋਅਰਸ। ਸੋ ਬੇਸਿਕਲੀ ਤੁਸੀਂ YouTube, Instagram ਐਂਡ TikTok 'ਤੇ ਸਾਨੂੰ ਫੋਲੋ ਜ਼ਰੂਰ ਕਰੋ ਤਾਂ ਕਿ ਕਈ ਵਾਰੀ ਕੀ ਹੁੰਦਾ ਜੋ ਤੁਹਾਡੇ ਮਨ 'ਚ ਕੁਐਸਚਨ ਹੁੰਦਾ ਉਸ ਦੀ ਵੀਡੀਓ ਅਸੀਂ ਆਲਰੇਡੀ ਪਾਈ ਹੁੰਦੀ ਹੈ, ਜਾਂ ਤੁਸੀਂ ਪੁੱਛ ਵੀ ਸਕਦੇ ਹੋ। ਵੀ ਟਰਾਈ ਅਵਰ ਲੈਵਲ ਬੈਸਟ ਕਿ ਤੁਹਾਡੇ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਰਾਈਟ ਵੇ ਇਨ ਵੀਡੀਓ ਫਾਰਮੈਟ ਕਰ ਦਿੱਤਾ ਜਾਵੇ। ਸੋ ਥੈਂਕ ਯੂ ਸੋ ਮਚ ਜੀ, ਹੈਵ ਅ ਨਾਈਸ ਡੇ, ਥੈਂਕ ਯੂ।